ਹਰੀ ਧੰਨ ਵਾਹਿਗੁਰੂ ਜੀ। ਦੋਹਰਾ ਕੋਸ ਸੋ ਦੋਏ ਦਿਨ ਤਿਨ ਜਾਏ ਕੈ, ਉਵਾ ਸਿੰਘਨ ਆਇਓ ਰੋਸ। ਖੜੇ ਅੜੇ ਮੁੜ ਮੁੜ ਲੜੈ, ਮਰੈ ਮਾਰੇ ਪੀ ਓਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜਿਨ੍ਹਾਂ ਨੂੰ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਸੁਭਾਇਮਾਨ ਹੋ ਕੇ ਕੀਰਤਨ ਕਥਾ ਹਰੀ ਜਸ ਸਰਵਣ ਕਰਨ ਦਾ ਇਹ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਔਰ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਗੁਰੂ ਖਾਲਸੇ ਪੰਥ ਦੀ ਕਥਾ ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਸਰਵਣ ਕਰ ਰਹੇ ਹੋ। ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਭਾਈ ਸਾਹਿਬ ਭਾਈ ਰਤਨ ਸਿੰਘ ਜੀ ਸ਼ਹੀਦ ਭੰਗੂ, ਜਿਨ੍ਹਾਂ ਨੇ ਇਹ ਇਤਿਹਾਸ ਲਿਖਿਆ ਹੈ, ਉਹ ਭਾਈ ਮਤਾਬ ਸਿੰਘ ਜੀ ਸ਼ਹੀਦ ਦੇ ਪੋਤਰੇ ਸਨ। ਭਾਈ ਮਤਾਬ ਸਿੰਘ ਭੰਗੂ, ਜਿਨ੍ਹਾਂ ਨੇ ਮੱਸੇ ਰੰਗੜ ਦਾ ਸਿਰ ਵੱਢ ਕੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਨੂੰ ਠੱਲ ਪਾਈ, ਉਹਨਾਂ ਦੇ ਪੋਤਰੇ ਰਤਨ ਸਿੰਘ ਨੇ ਇਹ ਇਤਿਹਾਸ ਸਾਡੇ ਭਲੇ ਵਾਸਤੇ ਪੰਥ ਖਾਲਸੇ ਦੀ ਹਸਤੀ ਕਿਵੇਂ ਪੈਦਾ ਹੋਈ, ਇਹ ਮੁੱਢਲਾ ਇਤਿਹਾਸ ਹੈ। ਇਸ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਸੋਰਸ ਨਹੀਂ। ਇਸ ਤੋਂ ਬਾਅਦ ਕੋਈ 40-50 ਸਾਲ ਬਾਅਦ ਗਿਆਨੀ ਗਿਆਨ ਸਿੰਘ ਜੀ ਲੌਂਗੋਵਾਲ ਨਿਵਾਸੀ, ਉਹਨਾਂ ਨੇ ਦੂਸਰਾ ਪੰਥ ਪ੍ਰਕਾਸ਼ ਲਿਖਿਆ ਹੈ, ਜੋ ਇਹਨਾਂ ਨੂੰ ਦੇਖ ਕੇ ਹੀ ਲਿਖਿਆ ਹੈ, ਇਹਨਾਂ ਤੋਂ ਪੁੱਛ ਕੇ ਹੀ ਲਿਖਿਆ ਹੈ, ਇਹਨਾਂ ਦੇ ਗ੍ਰੰਥ ਨੂੰ ਪੜ੍ਹ ਕੇ ਲਿਖਿਆ ਹੈ। ਪਰ ਜਿਹੜਾ ਮੁੱਢਲਾ ਸਿੱਖ ਇਤਿਹਾਸ ਦਾ ਪਹਿਲਾ ਗ੍ਰੰਥ 18ਵੀਂ ਸਦੀ ਦੇ ਸੰਬੰਧ ਵਿੱਚ ਕਿਸੇ ਗੁਰਸਿੱਖ ਦਾ ਲਿਖਿਆ ਮਿਲਦਾ ਹੈ ਤਾਂ ਇਹੀ ਗ੍ਰੰਥ ਹੈ ਪੰਥ ਪ੍ਰਕਾਸ਼। ਔਰ ਇਹਦੀ ਮਹਾਨਤਾ ਬਹੁਤ ਜ਼ਿਆਦਾ ਹੈ। ਪੁਰਾਤਨ ਸਮੇਂ ਤੋਂ ਖਾਲਸੇ ਪੰਥ ਵਿੱਚ ਜਦੋਂ ਵੀ ਕਿਤੇ ਸਿੱਖ ਇਤਿਹਾਸ 18ਵੀਂ ਸਦੀ ਦਾ ਖੋਜਣਾ ਪੈਂਦਾ ਸੀ ਤਾਂ ਇਸੇ ਪੰਥ ਪ੍ਰਕਾਸ਼ ਨੂੰ ਹੀ ਪੜ੍ਹਦੇ ਸੁਣਦੇ ਵਿਚਾਰਦੇ ਸਨ। ਪਿਛਲੇ ਕੁਝ ਸਮਿਆਂ ਤੋਂ ਕਥਾ ਕਰਨ ਤੇ ਕਥਾ ਸੁਣਨ ਦਾ ਰਿਵਾਜ ਘਟ ਗਿਆ ਤੇ ਕੁਝ ਗੁਰੂ ਧਾਮਾਂ ਦੀ ਕਥਾ ਹੁੰਦੀ ਹੈ। ਜਿਵੇਂ ਇੱਕ ਦੋ ਵਾਰੀ ਇਹਦੀ ਕਥਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸ੍ਰੀ ਅੰਮ੍ਰਿਤਸਰ ਵਿਖੇ ਵੀ ਅਸੀਂ ਸੁਣੀ, ਅੱਜ ਤੋਂ ਕੋਈ 20 ਸਾਲ ਪਹਿਲਾਂ। ਟਕਸਾਲ ਵਿੱਚ ਮਹਾਂਪੁਰਸ਼ ਕਰਿਆ ਕਰਦੇ ਸਨ ਜਾਂ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਵਿੱਚ ਇਹਦੀ ਕਥਾ ਹੁੰਦੀ ਸੀ। ਔਰ ਗੁਰਦੁਆਰਾ ਦੂਖਨਿਵਾਰਨ ਸਾਹਿਬ ਪਟਿਆਲੇ ਦਾਸ ਨੇ ਵੀ ਇੱਕ ਵਾਰੀ ਪੂਰੀ ਕਥਾ ਇਸ ਗ੍ਰੰਥ ਦੀ ਕੀਤੀ ਸੀ। ਅੰਬਾਲੇ ਮੰਜੀ ਸਾਹਿਬ ਵੀ ਇੱਕ ਵਾਰੀ ਕਥਾ ਪੂਰੀ ਇਸ ਗ੍ਰੰਥ ਦੀ ਹੋਈ ਹੈ। ਸੋ ਇਸ ਜਗ੍ਹਾ ਤੇ ਗੁਰੂ ਸਾਹਿਬ ਜੀ ਦੀ ਇਹ ਕਿਰਪਾ ਹੀ ਹੈ ਕਿ ਪਿਛਲੇ ਸਾਲ ਵੀ ਪੰਥ ਪ੍ਰਕਾਸ਼ ਦੇ ਵਿੱਚੋਂ ਲਗਭਗ ਅੱਧਾ ਪੰਥ ਪ੍ਰਕਾਸ਼ ਆਪ ਜੀ ਨੇ ਸੁਣਿਆ ਤੇ ਐਤਕੀ ਵੀ ਇਹ ਕਥਾ ਚੱਲ ਰਹੀ ਹੈ। ਪਿੱਛੇ ਜੋ ਆਪ ਜੀ ਸੁਣ ਰਹੇ ਸੀ ਕਿ ਪਹਿਲਾਂ ਤਾਂ ਮੁਗਲਾਂ ਤੇ ਪਠਾਣਾਂ ਦੀ ਆਪਸੀ ਟੱਕਰ ਹੁੰਦੀ ਰਹੀ, ਪਠਾਨ ਦਿੱਲੀ ਤੱਕ ਕਾਬਜ ਹੋ ਗਏ ਸਨ। ਮੁਗਲਾਂ ਨੇ ਮਰਾਠੇ ਲੈ ਆਂਦੇ ਤੇ ਪਠਾਨ ਭਜਾ ਦਿੱਤੇ। ਪੰਜਾਬ ਵਿੱਚ ਦੀਨਾ ਬੇਗ ਮੁਗਲ ਨੇ ਨਾਸਰ ਅਲੀ ਪਠਾਨ, ਸਮੁੰਦ ਖਾਂ ਪਠਾਨ, ਜਲੰਧਰ ਦੇ ਸੂਬੇਦਾਰਾਂ ਨੂੰ ਭਜਾਉਣ ਵਾਸਤੇ ਬਾਬਾ ਵਡਭਾਗ ਸਿੰਘ ਜੀ ਸੋਢੀ ਨੂੰ ਨਾਲ ਰਲਾਇਆ ਤੇ ਪਠਾਨ ਜਿਹੜੇ ਜਲੰਧਰ ਤੋਂ ਵੀ ਭੱਜ ਗਏ। ਲਾਹੌਰ ਦੇ ਗਿਰਦੇ ਵੀ ਖਾਲਸੇ ਦਾ ਬੋਲਬਾਲਾ ਹੋਇਆ। ਫਿਰ ਸਰਹੰਦ ਵਿੱਚ ਸਿੱਖਾਂ ਨੇ ਪਠਾਨ ਭਜਾਏ। ਇਸ ਗੱਲ ਤੋਂ ਮੁਗਲਾਂ ਨੂੰ ਸੋਚਣਾ ਪਿਆ ਵੀ ਸਾਨੂੰ ਸਿੱਖਾਂ ਨਾਲ ਸੁਲ੍ਹਾ ਕਰਨੀ ਚਾਹੀਦੀ ਹੈ।
ਸਿੱਖ ਫੇਰ ਵੀ ਹਿੰਦੁਸਤਾਨੀ ਹਨ, ਪੰਜਾਬੀ ਹਨ ਤੇ ਪਠਾਣਾਂ ਨਾਲੋਂ ਤਾਂ ਚੰਗੇ ਹਨ। ਪਠਾਨ ਬਾਹਰੋਂ ਆਉਂਦੇ ਲੁੱਟ ਕੇ ਲੈ ਜਾਂਦੇ, ਇਹ ਤਾਂ ਭਾਰਤ ਵਰਸ ਦੇ ਪੰਜਾਬ ਦੇ ਰਹਿਣ ਵਾਲੇ ਪੰਜਾਬੀ ਲੋਕ ਹਨ। ਜੇ ਇਹਨਾਂ ਨੂੰ ਕੁਝ ਦਿੰਦੇ ਰਹੀਏ, ਇਹ ਸਾਡੇ ਨਾਲ ਰਲੇ ਰਹਿਣ ਤਾਂ ਠੀਕ ਹੈ। ਜਿਹੜੇ ਮੁਗਲ 150 ਸਾਲ ਤੋਂ ਗੁਰੂ ਖਾਲਸੇ ਦੇ ਵੈਰੀ ਸਨ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਲੈ ਕੇ 150 ਸਾਲ ਹੋ ਚੁੱਕਾ ਸੀ, ਉਹ ਅੱਜ ਸਿੱਖਾਂ ਦੇ ਅਚਾਨਕ ਮਿੱਤਰ ਬਣਨ ਲੱਗੇ ਨੇ। ਦਿਲੋਂ ਨਹੀਂ, ਆਪਣੇ ਮਤਲਬ ਲਈ ਰਾਜਨੀਤੀ ਸਮਝੌਤਾ ਹੈ। ਖਾਲਸਾ ਵੀ ਇਸ ਗੱਲ ਨੂੰ ਸਮਝਦਾ ਸੀ, ਪਰ ਕਈ ਵਾਰੀ ਜਦੋਂ ਕੌਮਾਂ ਨੇ ਬਹੁਤ ਲੰਮੀ ਲੜਾਈ ਲੜਨੀ ਹੋਵੇ ਤਾਂ ਬੜੀਆਂ ਨੀਤੀਆਂ ਵਰਤਣੀਆਂ ਪੈਂਦੀਆਂ ਨੇ। ਸੋ ਖਾਲਸਾ ਜੀ ਉਸ ਸਮੇਂ ਬਾਬਾ ਜੱਸਾ ਸਿੰਘ ਜੀ ਸੁਲਤਾਨੁਲ ਕੌਮ ਜਥੇਦਾਰ ਸਨ। ਬੁੱਢੇ ਦਲ ਦੇ ਤੇ ਬਾਬਾ ਦੀਪ ਸਿੰਘ ਜੀ ਵਰਗੇ ਸਿਆਣੇ ਬਜ਼ੁਰਗ ਵੀ ਉਦੋਂ ਮੌਜੂਦ ਸਨ। ਹੋਰ ਸਾਰੇ ਸਰਦਾਰ ਜਥੇਦਾਰ ਸਿੰਘ ਬੜੀ ਨੀਤੀ ਨਾਲ ਉਹ ਸਮਾਂ ਪਾਸ ਕੀਤਾ। ਇੱਕ ਵਾਰੀ ਨਾਰੰਗਵਾਲ, ਗੁੱਜਰਵਾਲ, ਸਾਈਵਾਲ ਜਿਹੜਾ ਲੁਧਿਆਣੇ ਦਾ ਇਲਾਕਾ ਹੈ, ਇੱਥੇ ਖਾਲਸੇ ਦੀ ਕਾਫੀ ਫੌਜ ਬੈਠੀ ਹੋਈ ਸੀ, 20,000 ਸਿੱਖ। ਹੋਲਾ ਮਹੱਲਾ ਨੇੜੇ ਆ ਰਿਹਾ ਸੀ। ਜਿਹੜਾ ਸਦੀਕ ਬੇਗ ਸੂਬੇਦਾਰ ਸਰਹੰਦ ਦਾ ਬਣਾਇਆ ਸੀ ਪਠਾਣਾਂ ਤੋਂ ਬਾਅਦ ਮੁਗਲ, ਉਹਨੂੰ ਸਿੰਘਾਂ ਨੇ ਕਿਹਾ ਕਿ ਸਾਨੂੰ ਖਰਚਾ ਜਿਹੜਾ ਸਾਡਾ ਸਾਲਾਨਾ ਬੰਨ੍ਹਿਆ ਹੋਇਆ ਉਹ ਦੇ ਦੇ, ਪਰ ਉਹਨੇ ਸਿੰਘਾਂ ਦੇ ਵਕੀਲ ਵਾਪਸ ਭੇਜ ਦਿੱਤੇ, ਪੈਸੇ ਨਹੀਂ ਦਿੱਤੇ। ਤਾਂ ਸਿੰਘਾਂ ਨੇ ਜਿਹੜੀ ਕਈ ਲੁੱਟ ਲਈ। ਕਈ ਦਾ ਮਤਲਬ ਹੁੰਦਾ ਹੈ ਜਿਹੜੀ ਫੌਜ ਪਿੰਡਾਂ ਦੇ ਵਿੱਚੋਂ ਟੈਕਸ ਇਕੱਠਾ ਕਰਨ ਜਾਂਦੀ ਹੈ, ਲੋਕਾਂ ਦੇ ਖੇਤਾਂ ਦੇ ਵਿੱਚੋਂ ਕਿੱਲੇ ਦੇ ਹਿਸਾਬ ਨਾਲ 10 ਕਿੱਲੇ ਦੇ 20 ਕਿੱਲੇ ਦੇ ਜਿੰਨੇ ਦਾਣੇ ਬਣਦੇ ਉਹ ਲੈ ਕੇ ਉਹਦਾ ਮੁੱਲ ਪਾ ਕੇ ਟੈਕਸ ਜਮ੍ਹਾਂ ਕਰਦੇ ਹਨ। ਸਿੰਘਾਂ ਨੇ ਉਹ ਕਈ ਵਾਲੇ ਲੁੱਟ ਲਏ। ਇਸ ਗੱਲ ਤੋਂ ਸਦੀਕ ਬੇਗ ਮੁਗਲ ਗੁੱਸਾ ਖਾ ਗਿਆ। ਕੁਝ ਸਿੰਘ ਅਨੰਦਪੁਰ ਸਾਹਿਬ ਚਲੇ ਗਏ ਸਨ, ਕੁਝ ਮਾਝੇ ਵਿੱਚ ਸਨ। ਜਿਹੜੇ ਸਾਈਵਾਲ ਬੈਠੇ ਸਨ ਉਹਨਾਂ ਤੇ ਹੱਲਾ ਕਰ ਦਿੱਤਾ। ਉਹ ਥੋੜ੍ਹੇ ਸਿੰਘ ਸਨ, ਮੁਗਲਾਂ ਦੀ ਫੌਜ ਜ਼ਿਆਦਾ ਆਉਣ ਕਰਕੇ ਲੜਾਈ ਦੇ ਵਿੱਚ ਸਿੱਖਾਂ ਦੇ ਪੈਰ ਹਿੱਲ ਗਏ। ਸਾਈਵਾਲ ਦੀ ਲੜਾਈ 'ਚ ਬਹੁਤ ਸਾਰੇ ਸਿੰਘ ਸ਼ਹੀਦ ਹੋਏ, ਜ਼ਖਮੀ ਲਗਭਗ ਸਾਰੇ ਹੀ ਹੋ ਗਏ। ਜਦੋਂ ਵੇਖਿਆ ਸਿੱਖਾਂ ਨੇ ਵੀ ਇਹ ਸਾਨੂੰ ਟਿਕਣ ਨਹੀਂ ਦੇਣਗੇ, ਲੜਨਾ ਹੀ ਪੈਣਾ, ਤਾਂ ਪਿੱਛੇ ਮੁੜ ਕੇ ਸਿੰਘ ਲੜੇ ਹਨ। ਜਦੋਂ ਸਿੰਘਾਂ ਨੇ ਹੱਲਾ ਕੀਤਾ ਤਾਂ ਫਿਰ ਮੁਗਲਾਂ ਦੀ ਫੌਜ ਨੂੰ ਭਾਜੜ ਪੈ ਗਈ, ਕਿਉਂਕਿ ਮੁਗਲ ਜਿਹੜੇ ਸਨ ਦਿਲੋਂ ਤਾਂ ਸਿੱਖਾਂ ਦੇ ਮਿੱਤਰ ਬਣੇ ਹੀ ਨਹੀਂ ਕਦੀ ਵੀ। ਉਹ ਤਾਂ ਮੌਕਾ ਪਾ ਕੇ ਸਿੱਖਾਂ ਨੂੰ ਖਤਮ ਕਰਨਾ ਚਾਹੁੰਦੇ ਸਨ, ਤੇ ਸਿੱਖ ਵੀ ਉਹਨਾਂ ਦੀ ਗੱਲ ਨੂੰ ਅੰਦਰੋਂ ਸਮਝਦੇ ਸਨ, ਪਰ ਮੌਕਾ ਵੇਖ ਕੇ ਕਈ ਵਾਰੀ ਸਮਝੌਤਾ ਕਰਨਾ ਪੈਂਦਾ ਸੀ ਤੇ ਕਈ ਵਾਰੀ ਉਹਨਾਂ ਨੂੰ ਲੜਨਾ ਪੈਂਦਾ ਸੀ। ਸੋ ਇਹ ਗੱਲ 1757-58 ਦੀ ਹੈ। ਆਓ ਹੁਣ ਸਰਵਣ ਕਰੀਏ ਪਿਆਰ ਨਾਲ। ਸਾਰੀ ਸੰਗਤ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੋ ਸੋ ਦੋਏ ਤਿੰਨ ਜਾਏ ਕੈ, ਉਵਾ ਸਿੰਘਨ ਆਇਓ ਰੋਸ। 2-3 ਕੋਹ ਤਾਂ ਸਿੰਘ ਪਿਛਾਂ ਨੂੰ ਦੌੜੇ ਜਾਨਾਂ ਬਚਾ ਕੇ, ਪਰ ਜਦੋਂ ਉੱਥੇ ਪਹੁੰਚੇ ਤੇ ਸਿੱਖਾਂ ਨੂੰ ਬੜਾ ਮਹਿਸੂਸ ਹੋਇਆ ਵੀ ਇੱਦਾਂ ਭੱਜ ਗਏ ਨਾ, ਇਹਨਾਂ ਮੁਗਲਾਂ ਨੇ ਫਿਰ ਸਾਡੇ ਪੈਰ ਲੱਗਣ ਨਹੀਂ ਦੇਣੇ। ਤੇ ਨਾਲੇ ਸਿੰਘਾਂ ਦੀ ਇੱਕ ਰਣਨੀਤੀ ਵੀ ਹੁੰਦੀ ਸੀ ਕਿ ਇੱਕ ਵਾਰੀ ਲੜਾਈ ਕਰਦੇ ਕਰਦੇ ਦੌੜ ਜਾਂਦੇ ਸਨ। ਇਹ ਆਪੋ ਆਪਣਾ ਲੜਾਈ ਦਾ ਢੰਗ ਹੁੰਦਾ ਹੈ। ਅਬਦਾਲੀ ਦੇ ਨਾਲ ਇੱਕ ਕਾਜ਼ੀ ਨੂਰਦੀਨ ਆਇਆ ਸੀ, ਜਿਹਨੇ ਜੰਗਨਾਮਾ ਲਿਖਿਆ, ਅਬਦਾਲੀ ਦੇ 6ਵੇਂ ਹਮਲੇ ਦਾ ਹਾਲ ਲਿਖਿਆ। ਅੱਗੇ ਚੱਲ ਕੇ ਉਹ ਲੜਾਈ ਹੋਣੀ ਹੈ, ਵੱਡਾ ਘੱਲੂਘਾਰਾ 1762 ਵਿੱਚ ਜੋ ਹੋਇਆ। ਤੇ ਅੱਜ ਮੇਰਾ ਖਿਆਲ 4-5 ਫਰਵਰੀ ਹੈ। ਅੱਜ ਕੱਲ੍ਹ ਹੀ ਉਹਦੀ ਸਾਲਾਨਾ ਯਾਦ ਮਨਾਈ ਜਾਂਦੀ ਹੈ। ਉੱਥੇ ਕੋਪਰ ਹੀੜਾ ਤੇ ਕੁਤਬਾ ਬਾਹਮਣੀਆਂ ਮਲੇਰਕੋਟਲੇ ਦੇ ਇਲਾਕੇ ਦੇ ਵਿੱਚ ਉਹ ਪਿੰਡ ਹਨ। ਆਖੋ ਸ੍ਰੀ ਵਾਹਿਗੁਰੂ। ਖਾਲਸਾ ਜੀ
ਸਿੰਘ ਕੀ ਕਰਦੇ ਸਨ, ਉਹ ਨੂਰਦੀਨ ਨੇ ਲਿਖਿਆ ਹੈ। ਉਹ ਕਹਿੰਦਾ ਵੀ ਜਦੋਂ ਸਿੱਖ ਲੜਾਈ 'ਚੋਂ ਦੌੜ ਜਾਣ ਤਾਂ ਤੂੰ ਇਹ ਨਾ ਸਮਝੀ ਕਿ ਸਿੱਖ ਦੌੜ ਗਏ ਨੇ। ਇਹ ਉਹਨਾਂ ਦਾ ਇੱਕ ਬੜਾ ਖਤਰਨਾਕ ਲੜਾਈ ਦਾ ਤਰੀਕਾ ਹੈ। ਦੌੜੇ ਜਾਂਦੇ ਇਹ 20-25 ਮੀਲ ਅੱਗੇ ਜਾ ਕੇ ਫਿਰ ਪਿਛਾਂ ਮੁੜ ਪੈਂਦੇ ਹਨ। ਇਹ 10-20 ਮੀਲ ਦੌੜਦੇ ਨੇ। ਜਿਹੜਾ ਦੁਸ਼ਮਣ ਇਹਨਾਂ ਦੇ ਪਿੱਛੇ ਦੌੜ ਪਵੇ ਉਹ ਇਹਨਾਂ ਦੇ ਘੇਰੇ 'ਚ ਆ ਜਾਂਦਾ, ਇੱਕਦਮ ਮੁੜ ਕੇ ਉਹਨੂੰ ਮਾਰ ਦਿੰਦੇ ਆ। ਕਿਉਂਕਿ ਜਦੋਂ ਸਿੰਘ ਦੌੜਦੇ ਆ, ਦੁਸ਼ਮਣ ਦੀ ਫੌਜ ਪਿੱਛੇ ਦੌੜੇਗੀ, ਕੁਝ ਪਿੱਛੇ ਰਹਿ ਜਾਣਗੇ, ਕੁਝ ਅੱਗੇ ਹੋਣਗੇ, ਤਾਂ ਕੁਦਰਤੀ ਸਾਰੇ ਤਾਂ ਦੌੜ ਨਹੀਂ ਸਕਦੇ। ਜਿਹੜੇ ਸਿਪਾਹੀ ਅੱਗੇ ਆ ਗਏ ਉਹ ਸਿੱਖਾਂ ਨੇ ਇੱਕਦਮ ਪਿੱਛੇ ਮੁੜ ਕੇ ਖਤਮ ਕਰ ਦੇਣੇ। ਇਹੀ ਗੱਲ ਸਾਈਂਵਾਲ 'ਚ ਹੋਈ ਹੈ। ਸਿੰਘਾਂ ਨੇ ਦੇਖਿਆ ਵੀ ਇਹ ਦੁਸ਼ਮਣ ਜ਼ਿਆਦਾ ਹੈ ਤੇ ਜੇ ਅਸੀਂ ਸਿੱਧਾ ਲੜਾਂਗੇ ਤਾਂ ਇਹ ਸਾਨੂੰ ਕਾਮਯਾਬ ਨਹੀਂ ਹੋਣ ਦੇਣਗੇ। ਸਿੰਘਾਂ ਨੇ ਆਪਣਾ ਉਹੀ ਪੈਂਤੜਾ ਅਪਣਾਇਆ, ਮੈਦਾਨ 'ਚੋਂ ਦੌੜ ਪਏ, 3 ਕੋਹ ਜਾ ਕੇ ਇੱਕਦਮ ਪਿੱਛੇ ਮੁੜ ਪਏ। ਖੜੇ ਅੜੇ ਮੁੜ ਮੁੜ ਲੜੈ, ਮਰੈ ਮਾਰੇ ਪੀ ਓਸ। ਖੜਦੇ ਨੇ, ਲੜਦੇ ਨੇ, ਮੁੜ ਮੁੜ ਕੇ ਲੜਦੇ ਨੇ ਸਿੰਘ, ਤੇ ਸਦੀਕ ਬੇਗ ਦੀ ਫੌਜ ਨੂੰ ਮਾਰਦੇ ਨੇ। ਚੌਪਈ ਤੋਪ ਜਮੂਰੇ ਉਨ ਦੂਰ ਰਹਿ। ਤੁਰਕਾਂ ਦੀਆਂ ਜਿਹੜੀਆਂ ਤੋਪਾਂ ਸਨ, ਜੰਬੂਰੇ ਸਨ, ਉਹ ਦੂਰ ਰਹਿ ਗਏ। ਸਿੰਘ ਬੰਦੂਕਨ ਮਾਰਨ ਟਹਿ। ਸਿੰਘ ਬੰਦੂਕਾਂ ਨਾਲ ਮਾਰਨ ਡੈ ਪਏ। ਮਾਰ ਮੁਗਲਨ ਕੇ ਘੋੜੇ ਗੇਰੇ। ਸਿੰਘਾਂ ਨੇ ਗੋਲੀਆਂ ਮਾਰ ਕੇ ਮੁਗਲਾਂ ਦੇ ਘੋੜੇ ਘੇਰ ਲਏ। ਘੋੜਿਆਂ ਨੂੰ ਗੋਲੀਆਂ ਮਾਰ ਲਈਆਂ ਤਾਂ ਕਿ ਜਿਹੜੇ ਘੋੜਿਆਂ ਦੇ ਉੱਤੇ ਚੜੇ ਆ ਰਹੇ ਨੇ ਡਿੱਗ ਪੈਣ। ਮਾਰ ਮੁਗਲਨ ਕੇ ਸੀਸੋ ਫੇਰੇ। ਔਰ ਮਾਰ ਕੇ ਮੁਗਲਾਂ ਦਾ ਮੂੰਹ ਪਵਾ ਦਿੱਤਾ। ਮੁਗਲ ਭੱਜ ਗਏ। ਫਿਰ ਸਰਦਾਰਨ ਤੈ ਮਿਲ ਅੜਨਾ ਕੀਓ। ਉਸ ਵੇਲੇ ਸਿੰਘਾਂ ਸਰਦਾਰਾਂ ਨੇ ਜਿਹੜੇ ਮੁਖੀ ਸਨ, ਉਹਨਾਂ ਨੇ ਇਰਾਦਾ ਕਰ ਲਿਆ ਵੀ ਏਦਾਂ ਭੱਜੀਏ ਨਾ, ਹੁਣ ਲੜ ਕੇ ਮਰੀਏ, ਮਾਰੀਏ ਇਹਨਾਂ ਨੂੰ। ਸੂਰਨ ਨੈ ਮੋੜ ਹੱਲਾ ਥੀਓ। ਖਾਲਸੇ ਨੇ ਹੱਲਾ ਕਰ ਦਿੱਤਾ। ਬੰਦੂਕ ਤੀਰ ਔਰ ਨੇਜੋ ਕਮਾਨ। ਬੰਦੂਕਾਂ ਨਾਲ, ਨੇਜਿਆਂ ਨਾਲ, ਤੀਰ ਕਮਾਨਾਂ ਨਾਲ ਦੁਸ਼ਮਣ ਤੇ ਹੱਲਾ ਬੋਲ ਦਿੱਤਾ। ਮਾਰ ਮੁਗਲ ਕੀਨੇ ਪਛਮਾਨ। ਮੁਗਲਾਂ ਨੂੰ ਮਾਰ ਕੇ ਬਹੁਤ ਪਛੇਮਾਨ, ਹੈਰਾਨ ਕਰ ਦਿੱਤਾ। ਦੋਹਰਾ ਮਾਰ ਮੁਗਲ ਪਾਛੇ ਕੀਏ, ਵੜੇ ਤੋਪਣ ਸੋ ਜਾਏ। ਮੁਗਲਾਂ ਨੂੰ ਭਜਾ ਦਿੱਤਾ ਮਾਰ ਕੇ, ਤੇ ਉਹਨਾਂ ਦੀਆਂ ਤੋਪਾਂ ਵਿੱਚ ਸਿੰਘ ਵੜ ਗਏ। ਸਿੰਘ ਪੀਵਾ ਖੜ ਪੈ, ਟੂਟੇ ਫੂਟੇ ਲੈ ਮਿਲਾਏ। ਸਿੰਘਾਂ ਨੇ ਤੋਪਖਾਨੇ ਦੇ ਨੇੜੇ ਜਾ ਕੇ ਆਪਣੇ ਸਾਥੀਆਂ ਨੂੰ ਇਕੱਠੇ ਕਰ ਲਿਆ ਜਿਹੜੇ ਜ਼ਖਮੀ ਹੋਏ ਸਨ। ਚੌਪਈ ਕਈ ਸਿੱਖ ਥੇ ਪਿੰਡ ਹੀ ਰਹਿ। ਕਈ ਸਿੰਘ ਤਾਂ ਜਿਹੜੇ ਸਨ ਉਹ ਪਿੰਡ ਸਾਈਂਵਾਲ ਵਿੱਚ ਹੀ ਘਿਰੇ ਹੋਏ ਸਨ, ਉੱਥੇ ਰਹੇ ਸਨ। ਰਹਿ ਭੂਲੇ ਤੈ ਆਵਤ ਪੈ। ਕਈ ਰਾਹ ਭੁੱਲ ਗਏ ਸਨ, ਲੜਾਈ ਵਿੱਚ ਕਿੱਧਰ ਜਾਣਾ ਹੈ, ਉਹ ਵੀ ਉੱਥੇ ਆ ਗਏ। ਜੋ ਜੋ ਜ਼ਖਮੀ ਸਿੰਘਨ ਲੱਭ ਲੈ। ਜਿਹੜੇ ਜ਼ਖਮੀ ਸਨ ਮੈਦਾਨੇ ਜੰਗ 'ਚ ਡਿੱਗੇ ਹੋਏ, ਉਹ ਵੀ ਸਿੰਘਾਂ ਨੇ ਲੱਭ ਲਏ ਆਪਣੇ ਭਰਾ। ਸਿੰਘਨ ਚੱਕ ਸੋ ਮੋਰੇ ਕੈ। ਸਿੰਘਾਂ ਨੇ ਇਸ ਤਰ੍ਹਾਂ ਸਾਰਿਆਂ ਨੂੰ ਚੁੱਕ ਕੇ ਮੋਹਰੇ ਲਾਇਆ ਜ਼ਖਮੀਆਂ ਨੂੰ। ਬਹੁਤ ਜ਼ਖਮ ਸਿਰਦਾਰਨ ਖਾਏ। ਉਸ ਵੇਲੇ ਜਿਹੜੇ ਸਿੰਘਾਂ ਦੇ ਜਥੇਦਾਰ ਸਨ, ਸਰਦਾਰ ਸਨ, ਉਹਨਾਂ ਨੂੰ ਬਹੁਤ ਸੱਟਾਂ ਲੱਗੀਆਂ, ਬਹੁਤ ਜ਼ਖਮ ਹੋਏ। ਕਿਸ ਇੱਕ ਜਿਸ ਦੋਏ ਜ਼ਖਮ ਗਿਨਾਏ। ਕਿਸੇ ਨੂੰ 1, ਕਿਸੇ ਨੂੰ 2, ਕਿਸੇ ਨੂੰ 4 ਜ਼ਖਮ ਲੱਗੇ ਸਨ। ਖੜਕਾ ਲਗੇ ਬਦਾਵਨ ਸੋ। ਖੜ ਖੜ ਕੇ ਇੱਕ ਦੂਜੀ ਨੂੰ ਸਿੰਘ ਦੱਸਦੇ ਤੇ ਜ਼ਖਮਾਂ ਦੇ ਪੱਟੀ ਮਲਮ ਕਰਦੇ ਆ। ਆਪਣੇ ਆਪਣੇ ਜ਼ਖਮਾਂ ਉੱਤੇ ਪੱਟੀਆਂ ਬੰਨੀਆਂ ਖਾਲਸੇ ਨੇ। ਐਸੀ ਪ੍ਰੀਤ ਪਈ ਬਲ ਦੋ। ਇਸ ਤਰ੍ਹਾਂ ਸਾਧ ਸੰਗਤ ਜੀ, ਦੋਵੇਂ ਪਾਸਿਓਂ ਜਿਹੜੀ ਮੁਗਲਾਂ ਦੀ ਫੌਜ ਉਹ ਵੀ ਰੁਕ ਗਈ ਤੇ ਸਿੰਘ ਵੀ ਰੁਕ ਗਏ। ਲੜਾਈ ਦੇਖੋ ਕਿੱਡੀ ਇੱਕਦਮ ਲੜਾਈ ਠੰਡੀ ਹੋ ਗਈ। ਦੋਹਰਾ ਜੱਸਾ ਸਿੰਘ ਨਿਜ ਤੈ ਫਟਿਓ, ਲਗੇ ਜਨਮ ਕੋ ਜ਼ਖਮ ਉਸ ਦੋਏ। ਬਾਬਾ ਜੱਸਾ ਸਿੰਘ ਜੀ ਆਲੂ ਵਾਲੀਏ ਨੂੰ 2 ਜ਼ਖਮ ਲੱਗੇ ਉਸ ਲੜਾਈ ਵਿੱਚ। ਪਹੁੰਚ ਡਰੋਲੀ ਕਰ ਡੇਰੋਂ, ਪਇਓ ਚੰਗੇ ਤੇ ਸੋਏ। ਬਾਬਾ ਜੱਸਾ ਸਿੰਘ ਜੀ ਜਾਣਾ ਤਾਂ ਆਨੰਦਪੁਰ ਸੀ, ਪਰ ਹੁਣ ਜ਼ਖਮੀ ਹੋ ਗਏ, ਅੱਗੇ ਵਧਣਾ ਠੀਕ ਨਾ ਸਮਝਿਆ ਤੇ ਮਾਲਵੇ 'ਚ ਪਿਛਾਂ ਨੂੰ ਮੁੜ ਗਏ। ਮੋਗੇ ਦੇ ਕੋਲ ਇੱਕ ਡਰੋਲੀ ਪਿੰਡ ਹੈ। ਭਾਈ ਸਾਹਿਬ ਭਾਈ ਸਾਈਂ ਦਾਸ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਨੰਦ ਸੇਵਕ ਹੋਏ ਨੇ। ਉਹਨਾਂ ਦੀ ਕਥਾ ਸਵੇਰ ਦੇ ਦੀਵਾਨਾਂ 'ਚ ਆਪ ਜੀ ਸੁਣ ਵੀ ਰਹੇ ਹੋ, ਜੋ ਦੁਪਹਿਰ ਨੂੰ ਕਥਾ ਹੋ ਰਹੀ ਹੈ। ਜਿਨ੍ਹਾਂ ਨੇ ਨਵਾਂ ਮਕਾਨ ਬਣਾਇਆ ਸੀ ਤੇ ਗੁਰੂ ਸਾਹਿਬ ਜੀ ਦੇ ਆਉਣ ਲਈ ਨਵੇਂ ਮਕਾਨ ਨੂੰ ਤਾਲਾ ਲਾ ਕੇ ਰੱਖਿਆ ਸੀ ਵੀ ਜਿੰਨਾ ਚਿਰ 6ਵੇਂ ਪਾਤਸ਼ਾਹ ਨਹੀਂ ਆਉਂਦੇ
ਉਹਨਾਂ ਚਿਰ ਅਸੀਂ ਆਪਣੇ ਮਕਾਨ 'ਚ ਕਿਸੇ ਦੇ ਪੈਰ ਨਹੀਂ ਪੈਣ ਦੇਣੇ। ਪਹਿਲਾਂ ਗੁਰੂ ਸਾਹਿਬ ਦੇ ਚਰਨ ਪੈਣਗੇ ਤੇ ਫਿਰ ਉਸ ਮਕਾਨ 'ਚ ਵੜਾਂਗੇ। ਉਹ ਭਾਈ ਸਾਈਂ ਦਾਸ ਦਾ ਪਿੰਡ ਡਰੋਲੀ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਬੁੱਢੇ ਦਲ ਨੂੰ ਲੈ ਕੇ ਉੱਥੇ ਚਲੇ ਗਏ ਤੇ ਉੱਥੇ ਸਿੰਘਾਂ ਦੇ ਮਲਮ ਪੱਟੀ ਜ਼ਖਮ ਇਲਾਜ ਕੀਤੇ। ਸਦੀਕੇ ਨੇ ਮਗਰੋਂ ਤਹਾਂ ਨਜਰਾਨਾ ਦਿਓ ਕਲਾਏ। ਹੁਣ ਸਦੀਕ ਬੇਗ ਸਰਹੰਦ ਦਾ ਸੂਬੇਦਾਰ ਇਸ ਗੱਲ ਤੋਂ ਘਬਰਾ ਗਿਆ ਕਿ ਜੇ ਜੱਸਾ ਸਿੰਘ ਮੋਗੇ ਬੈਠਾ ਹੈ, ਡਰੋਲੀ ਬੈਠਾ ਹੈ, ਤੇ ਜੱਸਾ ਸਿੰਘ ਕਿਤੇ ਹੋਰ ਫੌਜ ਸਿੱਖਾਂ ਦੀ ਮਾਝੇ ਚੋਂ ਨਾ ਸੱਦ ਲਵੇ, ਤੇ ਜੇ ਜੱਸਾ ਸਿੰਘ ਦੇ ਕੋਲ ਸਿੰਘਾਂ ਦਾ ਦਲ ਹੋਰ ਆ ਗਿਆ ਤਾਂ ਸਿੰਘਾਂ ਨੇ ਪਹਿਲਾਂ ਸਰਹੰਦ ਤੇ ਹੱਲਾ ਬੋਲਣਾ। ਸਰਹੰਦ ਨੇੜੇ ਹੈ ਮੋਗੇ ਤੋਂ, ਕੋਈ 100 ਕਿਲੋਮੀਟਰ ਦਾ ਹੀ ਫਰਕ ਪੈਂਦਾ, ਤੇ ਸਿੰਘਾਂ ਵਾਸਤੇ 100 ਕਿਲੋਮੀਟਰ ਕੋਈ ਵੱਡੀ ਨਹੀਂ ਸੀ, ਰਾਤੋਂ ਰਾਤ ਪਹੁੰਚ ਜਾਂਦੇ ਹੁੰਦੇ ਸਨ। ਤੇ ਖਾਲਸੇ ਨੇ ਹੱਲਾ ਬੋਲ ਦੇਣਾ ਹੈ। ਸਦੀਕ ਬੇਗ ਨੇ ਉਸ ਵੇਲੇ ਬਾਬਾ ਜੱਸਾ ਸਿੰਘ ਜੀ ਦੇ ਨਾਲ ਫੇਰ ਸੁਲ੍ਹਾ ਕਰ ਲਈ। ਦੇਖੋ ਰਾਜਨੀਤੀ ਹੈ, ਪਹਿਲਾਂ ਜਾਨ ਲੈਣ ਤੇ ਹੀ ਗਏ ਨੇ, ਬਾਬਾ ਖਾਲਸੇ ਉੱਤੇ ਤੋਪਾਂ ਦੇ ਫੈਰ ਖੋਲ ਦਿੱਤੇ, ਸ਼ਹੀਦੀਆਂ ਬੜੀਆਂ ਹੋਈਆਂ। ਹੁਣ ਸਦੀਕ ਬੇਗ ਨੇ ਜਿੰਨਾ ਪੈਸਾ ਬਣਦਾ ਸੀ ਨਾ, ਉਹ ਸਾਲਾਨਾ ਪਹਿਲਾਂ ਨੀਅਤ ਹੋਇਆ ਸੀ ਖਾਲਸੇ ਨੂੰ ਦੇਣਾ, ਉਹ ਨਜਰਾਨਾ ਬਾਬਾ ਜੱਸਾ ਸਿੰਘ ਜੀ ਕੋਲ ਭੇਜ ਦਿੱਤਾ। ਉਦਾਰ ਉਤਾਰਿਓ ਤੁਰਤ ਅਬ ਹਮ ਤੁਮ ਵਹੀ ਪਰਾਏ। ਤੇ ਨਾਲ ਚਿੱਠੀ ਲਿਖੀ ਕਿ ਖਾਲਸਾ ਜੀ ਮਾਫ ਕਰਨਾ, ਮੇਰੇ ਕੋਲ ਪੈਸੇ ਨਹੀਂ ਸੀ ਪਹਿਲਾਂ ਮੈਂ ਤੁਹਾਨੂੰ ਦਿੰਦਾ, ਤੇ ਉਧਾਰ ਜਿਹੜਾ ਸੀ ਉਹ ਮੈਂ ਤਾਰ ਦਿੱਤਾ, ਆਪਾਂ ਭਰਾ ਹੀ ਆ। ਕਹਿੰਦਾ ਦੇਖੋ ਪਹਿਲਾਂ ਜਾਨਾਂ ਲੈ ਕੇ ਸਿੰਘਾਂ ਨੂੰ ਸ਼ਹੀਦ ਕਰ ਗਿਆ, ਹੁਣ ਜਦੋਂ ਆਪਣੀ ਜਾਨ ਤੇ ਬਣਨ ਵਾਲੀ ਹੈ ਤਾਂ ਡਰਦਾ ਮਾਰਾ ਸਿੰਘਾਂ ਨਾਲ ਫੇਰ ਸੁਲ੍ਹਾ ਕਰਦਾ। ਹਮ ਤੁਮ ਵਹੀ ਭਰਾਏ, ਕਹਿੰਦਾ ਅਸੀਂ ਤੁਸੀਂ ਫੇਰ ਭਰਾ ਹੀ ਆ। ਫੇਰ ਬਾਬੇ ਜੱਸਾ ਸਿੰਘ ਜੀ ਕੋਲ ਉਹ ਜਿਹੜੇ ਟਕੇ ਸਨ, ਜਿਹੜੀ ਮਾਇਆ ਸੀ, ਭੇਜ ਦਿੱਤੀ ਹੈ ਸਦੀਕ ਬੇਗ ਨੇ। ਚੌਪਈ ਯਾ ਕੋ ਗੁੱਸੋ ਤੁਸੀਂ ਨਾ ਕਰਿਓ। ਸਿੰਘੋ ਜਿਹੜੀ ਇਹ ਲੜਾਈ ਹੋਈ ਤੁਹਾਡੀ ਸਾਡੀ ਸਾਈਂਵਾਲ ਪਿੰਡ ਵਿੱਚ, ਇਹਦਾ ਹੁਣ ਤੁਸੀਂ ਗੁੱਸਾ ਨਾ ਕਰਿਆ ਜੇ, ਇਹਦਾ ਮਨ ਵਿੱਚ ਤੁਸੀਂ ਵੈਰ ਨਾ ਰੱਖਿਆ ਜੇ। ਕਹੀਂ ਲੁੱਟੀ ਹਮ ਨੇ ਚਿਤ ਤਰਿਓ। ਤੁਸੀਂ ਸਾਡੀ ਕਈ ਲੁੱਟੀ ਸੀ, ਅਸੀਂ ਵੀ ਭੁੱਲ ਗਏ, ਤੁਸੀਂ ਸਾਡੇ ਹਮਲੇ ਨੂੰ ਭੁੱਲ ਜਾਇਆ ਜੇ। ਯਾਨੀ ਤੁਸੀਂ ਵੀ ਵਾਅਦਾ ਕੀਤਾ ਸੀ ਪਹਿਲਾਂ, ਤੇ ਤੁਸੀਂ ਸਾਡਾ ਜਿਹੜੇ ਟੈਕਸ ਲੈਣ ਗਏ ਸੀਗੇ ਸਿਪਾਹੀ ਸਰਕਾਰ ਦੇ ਬੰਦੇ, ਉਹ ਸਿੱਖਾਂ ਨੇ ਲੁੱਟ ਲਏ ਸੀਗੇ, ਤੇ ਉਹਦਾ ਅਸੀਂ ਹੁਣ ਮਨ 'ਚ ਮਾਖਤਾ ਨਹੀਂ ਕਰਾਂਗੇ। ਤੇ ਜਿਹੜੇ ਸਾਡੇ ਕੋਲੋਂ ਤੁਹਾਡਾ ਨੁਕਸਾਨ ਹੋ ਗਿਆ ਸਾਈਂਵਾਲ ਪਿੰਡ ਦੀ ਲੜਾਈ ਵਿੱਚ, ਉਹਦਾ ਤੁਸੀਂ ਨਾ ਗੁੱਸਾ ਕਰਿਆ ਜੇ। ਤੇ ਅੱਗੇ ਨੂੰ ਆਪਾਂ ਹੁਣ ਫੇਰ ਭਰਾ ਭਰਾ ਬਣ ਗਏ। ਸਿੰਘਨ ਕਹਿਓ ਹਮ ਨਿਤ ਯਹ ਕਾਰ। ਅੱਗੋਂ ਬਾਬਾ ਜੱਸਾ ਸਿੰਘ ਜੀ ਨੇ ਆਖਿਆ ਕੋਈ ਨਹੀਂ, ਮਾਇਆ ਲੈ ਲਈ ਤੇ ਜਵਾਬ ਬੜੇ ਢੰਗ ਨਾਲ ਦਿੱਤਾ। ਕਹਿਣ ਲੱਗੇ ਸਦੀਕ ਬੇਗ ਜੀ, ਸਾਡਾ ਤੇ ਰੋਜ਼ ਦਾ ਹੀ ਕੰਮ ਹੈ, ਰੋਜ਼ ਅਸੀਂ ਲੜਨੇ ਆ, ਰੋਜ਼ ਅਸੀਂ ਮਿਲਨੇ ਆ, ਸਾਡਾ ਤਾਂ ਰੋਜ਼ ਦਾ ਕੰਮ ਹੈ, ਕੋਈ ਇੱਕ ਦਿਨ ਦਾ ਤਾਂ ਹੈ ਨਹੀਂ। ਸਾਡਾ ਤਾਂ ਖਾਲਸਾ ਸੋਏ ਜੋ ਕਰੈ ਨਿਤ ਜੰਗ, ਅਸੀਂ ਤਾਂ ਖੰਡੇ ਦੀ ਧਾਰ ਚੋਂ ਪੈਦਾ ਹੋਏ ਆ, ਤੇ ਰੋਜ਼ ਖੰਡੇ ਦੀ ਧਾਰ ਤੇ ਹੀ ਨੱਚਣਾ ਹੈ। ਲੜੈ ਮਰੈ ਨਿਤ ਤੁਰਕਨ ਨਾਰ। ਸਾਡੀ ਤੇ ਤੁਰਕਾਂ ਨਾਲ ਰੋਜ਼ ਲੜਾਈ ਪੜਾਈ ਜੰਗ ਯੁੱਧ ਹੁੰਦਾ ਰਿਹਾ, ਗੁਰੂ ਸਾਹਿਬ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਤੈ ਨਜਰਾਨਿਓ ਦੇਰ ਲਗਾਈ। ਅਸੀਂ ਤੇਰਾ ਇਲਾਕਾ ਲੁੱਟਿਆ ਜਾਂ ਤੇਰੀ ਕਈ ਲੁੱਟੀ, ਉਹਦਾ ਕਾਰਨ ਸਾਫ਼ ਹੈ ਕਿ ਤੂੰ ਸਾਨੂੰ ਨਜਰਾਨਾ ਟਾਈਮ ਸਿਰ ਨਹੀਂ ਦਿੱਤਾ। ਹਰ ਚੀਜ਼ ਦਾ ਟਾਈਮ ਬੱਝਾ ਹੁੰਦਾ ਹੈ। ਸਾਡਾ ਆ ਗਿਆ ਸੀ ਹੋਲਾ ਮਹੱਲਾ, ਅਸੀਂ ਅਨੰਦਪੁਰ ਸਾਹਿਬ ਜਾ ਕੇ ਲੰਗਰ ਲਾਣੇ ਸੀ, ਖਰਚਾ ਬਹੁਤ ਸੀ, ਤੇ ਸਾਨੂੰ ਮਾਇਆ ਚਾਹੀਦੀ ਸੀ, ਤੇ ਤੂੰ ਸਾਨੂੰ ਦਿੱਤੀ ਨਹੀਂ, ਤੇ ਫਿਰ ਅਸੀਂ ਲੁੱਟਣਾ ਹੀ ਸੀ। ਹਾਂਜੀ, ਤੂੰ ਖਾਲਸੇ ਨੇ ਕਹੀ ਲੁਟਾਈ। ਖਾਲਸੇ ਨੇ ਤਾਂ ਹੀ ਤੇਰੀ ਕਹੀ ਲੁੱਟੀ ਹੈ, ਤੇਰਾ ਇਲਾਕਾ ਲੁੱਟਿਆ ਹੈ ਸਰਹੰਦ ਦਾ, ਜੇ ਤੂੰ ਟਾਈਮ ਸਿਰ ਨਜਰਾਨਾ ਖਾਲਸੇ ਨੂੰ ਨਹੀਂ ਦਿੱਤਾ। ਅੱਗੇ ਖਾਲਸੇ ਸੋ ਖੋਟੀ ਕਰੈ। ਅੱਗੇ ਨੂੰ ਜੇ ਤੂੰ ਖਾਲਸੇ ਨਾਲ ਖੋਟੀ ਕਰੇਗਾ, ਅੱਗੇ ਨੂੰ ਵੀ ਸੋਚ ਕੇ ਰੱਖੀ, ਅਸੀਂ ਫੇਰ ਲੁੱਟ ਲਾਂਗੇ। ਸਾਡਾ ਸੁਭਾਅ ਹੈ ਲੂਟ ਕੂਟ ਲੇਵਤ ਤੇ ਨਾ ਜੋ ਬਿਨ ਬਾਂਧੇ ਜਾਏ। ਦਸਮ ਪਾਤਸ਼ਾਹ ਦੀ ਬਾਣੀ 'ਚ ਪੰਕਤੀ ਆਉਂਦੀ ਸ਼ਸਤਰ ਨਾਮ ਮਾਲਾ ਵਿੱਚ, ਕਹਿੰਦੇ ਵੀ ਸ਼ਸਤਰ ਰੱਖੋ ਤਿਆਰ ਬਰ ਤਿਆਰ, ਤੇ ਜਿਹੜਾ ਕੋਈ ਸ਼ਸਤਰ ਤੋਂ ਹੀਣਾ ਦੁਸ਼ਟ ਧਰਮ ਦਾ ਦੋਖੀ, ਉਹਨੂੰ ਫਿਰ ਸੋਧਾ ਵੀ ਲਾ ਦਿਓ। ਸ਼ਸਤਰਧਾਰੀ ਦਾ ਕੰਮ ਹੀ ਇਹ ਹੈ। ਸੋ ਤੁਸੀਂ ਜੇ ਭਾਈ ਫੇਰ ਇਦਾਂ ਕਰੋਗੇ ਨਾ, ਤੇ ਫਿਰ ਸੋਧਾ ਲਾਵਾਂਗੇ ਤੁਹਾਨੂੰ। ਸਿੰਘ ਲੂਟਣ ਤੇ ਫਿਰ ਕਬ ਟਰੈ। ਫੇਰ ਸਿੰਘ ਕਦੋਂ ਟਲਣਗੇ? ਸਰਹੰਦ ਫੇਰ ਕੋਈ ਦੂਰ ਨਹੀਂ ਸਾਡੇ ਤੋਂ,
ਅਸੀਂ ਅਨੰਦਪੁਰ ਸਾਹਿਬ ਨੂੰ ਆਉਂਦੇ ਜਾਂਦੇ ਫੇਰ ਹੱਥ ਫੇਰ ਦਿਆਂਗੇ। ਜੇ ਤੂੰ ਸਿੱਧਾ ਬੰਦਾ ਬਣ ਕੇ ਨਜ਼ਰਾਨੇ ਦਿੰਦਾ ਰਿਹਾ ਤਾਂ ਠੀਕ ਹੈ, ਜੇ ਤੂੰ ਨਾ ਨਜ਼ਰਾਨੇ ਦਿੱਤੇ ਪੰਥ ਖਾਲਸੇ ਨੂੰ, ਤੇ ਪੰਥ ਫੇਰ ਸਰਹੰਦ ਤੇ ਹੱਲਾ ਕਰੇ। ਅਸਲ ਗੱਲ ਇਉਂ ਸੀ ਵੀ ਸਿੱਖਾਂ ਦਾ ਮੁੱਢ ਤੋਂ ਹੀ ਸਰਹੰਦ ਦੇ ਉੱਤੇ ਗੁੱਸਾ ਸੀਗਾ। ਉਹ ਚਾਹੁੰਦੇ ਸੀ ਸਰਹੰਦ ਸ਼ਹਿਰ ਖਤਮ ਹੋ ਜਾਵੇ, ਉਜਾੜ ਦਈਏ, ਬਰਬਾਦ ਕਰ ਦਈਏ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਸਨ ਵੀ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਆ। ਬਾਬੇ ਬੰਦੇ ਬਹਾਦਰ ਨੇ ਬਹੁਤ ਨੁਕਸਾਨ ਸਰਹੰਦ ਦਾ ਕੀਤਾ, ਪਰ ਫਿਰ ਵੀ ਕਾਫੀ ਹਿੱਸਾ ਸਰਹੰਦ ਦਾ ਲੋਕਾਂ ਨੇ ਮਿੰਨਤਾਂ ਤਰਲੇ ਕਰਕੇ ਬਚਾ ਲਿਆ। ਬਾਬੇ ਬੰਦੇ ਬਹਾਦਰ ਤੋਂ ਬਾਅਦ ਸਰਹੰਦ ਫਿਰ ਤੁਰਕਾਂ ਦੇ ਕਬਜ਼ੇ ਚਲੀ ਗਈ। 40-50 ਸਾਲ ਫਿਰ ਤੁਰਕਾਂ ਨੇ ਸਰਹੰਦ 'ਚ ਰਾਜ ਕੀਤਾ। ਉਹਨਾਂ ਨੇ ਫਿਰ ਕਿਲੇ ਬਣਾ ਲਏ, ਫਿਰ ਬਿਲਡਿੰਗਾਂ ਬਣਾ ਲਈਆਂ। ਸਿੰਘ ਕਹਿੰਦੇ ਵੀ ਅਸੀਂ ਬਣਾਉਣ ਨਹੀਂ ਦੇਣੀ, ਸਰਹੰਦ ਦੇ ਵਿੱਚ ਅਸੀਂ ਖਤਮ ਕਰਕੇ ਖੇਤੀ ਕਰਨੀ ਹੈ, ਹਲ ਵਾਹਣਾ ਹੈ। ਹਾਂਜੀ, ਕਰ ਘਲ ਵਕੀਲ ਹੁਣ ਸੁਲਾ ਠਹਿਰਾਈ। ਸੋ ਅੰਦਰ ਤਾਂ ਸਿੰਘ ਇਹੀ ਕਹਿੰਦੇ ਸਨ ਵੀ ਜਦੋਂ ਮੌਕਾ ਮਿਲੇਗਾ ਅਸੀਂ ਸਰਹੰਦ ਨੂੰ ਖਤਮ ਕਰ ਦਿਆਂਗੇ। ਗੁਰੂ ਸਾਹਿਬ ਦੇ ਬਚਨ ਹਨ ਕਿ ਸਰਹੰਦ ਦੀ ਇੱਟ ਨਾਲ ਇੱਟ ਖੜਕਾਣੀ ਹੈ। ਤੇ ਉੱਪਰੋਂ ਹੁਣ ਕਈ ਵਾਰੀ ਸੁਲ੍ਹਾ ਕਰਨੀ ਪੈਂਦੀ ਹੈ। ਸਦੀਕ ਬੇਗ ਨੇ ਆਪਣੇ ਵਕੀਲ ਭੇਜ ਕੇ ਸਿੰਘਾਂ ਨਾਲ ਸੁਲ੍ਹਾ ਕਰ ਲਈ। ਦੇਵ ਨਜਰਾਨੇ ਉਦੋਂ ਸਵਾਈ। ਔਰ ਪਹਿਲੇ ਨਾਲੋਂ ਸਵਾਏ ਗੱਫੇ ਸਿੰਘਾਂ ਨੂੰ ਦਿੱਤੇ, ਦੁੱਗਣੇ ਦਿੱਤੇ ਵੀ ਲਓ ਸਿੰਘੋ ਹੁਣ ਗੁੱਸਾ ਨਾ ਕਰੋ, ਸਾਈਂਵਾਲ ਦੀ ਲੜਾਈ ਦਾ ਜੋ ਹੋ ਗਿਆ ਸੋ ਹੋ ਗਿਆ। ਤੁਸੀਂ ਵੀ ਸਾਡੀ ਫੌਜ ਲੁੱਟੀ, ਸਾਡੀ ਕਈ ਲੁੱਟੀ, ਤੇ ਅਸੀਂ ਵੀ ਤੁਹਾਡੇ ਨਾਲ ਹਮਲਾ ਕਰ ਬੈਠੇ। ਸੋ ਜੋ ਹੋ ਗਿਆ ਪਿੱਛੇ ਉਹਨੂੰ ਛੱਡੋ, ਤੇ ਅੱਗੇ ਨੂੰ ਤੁਹਾਨੂੰ ਟਾਈਮ ਸਿਰ ਮਾਇਆ ਮਿਲੇਗੀ, ਨਜ਼ਰਾਨਾ ਮਿਲੇਗਾ। ਜਦੋਂ ਤੁਸੀਂ ਸਰਹੰਦ ਆਓ, ਦਰਵਾਜ਼ੇ ਖੁੱਲ੍ਹੇ, ਤੁਹਾਡਾ ਸ਼ਹਿਰ ਹੈ, ਤੁਸੀਂ ਮਨ ਦੇ ਵਿੱਚ ਕੋਈ ਵੈਰ ਵਿਰੋਧ ਨਾ ਰੱਖੋ। ਐਸੋ ਪਇਓ ਥੋਂ 15 ਸਾਲ। ਇਸ ਤਰ੍ਹਾਂ 1815 ਤੇ 1758 ਈਸਵੀ, 1815 ਬਿਕਰਮੀ ਤੇ 1758 ਈਸਵੀ ਦੇ ਵਿੱਚ ਸਾਧ ਸੰਗਤ ਜੀ ਲਾਹੌਰ ਤੇ ਸਰਹੰਦ ਦੇ ਸੂਬੇ ਸਦੀਕ ਬੇਗ ਨਾਲ ਸਿੰਘਾਂ ਦੀ ਲੜਾਈ ਵੀ ਹੋਈ ਤੇ ਫਿਰ ਸੁਲ੍ਹਾ ਸਫਾਈ ਵੀ ਹੋਈ। ਹਾਂਜੀ, ਨਿਤ ਪ੍ਰਤ ਵਧਿਓ ਯੂ ਸਿੰਘਨ ਇਕਬਾਲ। ਪਰ ਹੌਲੇ ਹੌਲੇ ਸਿੰਘਾਂ ਦਾ ਇਕਬਾਲ ਦਿਨੋਂ ਦਿਨ ਵੱਧਦਾ ਜਾ ਰਿਹਾ ਸੀ। ਇੱਧਰ ਸਰਹੰਦ ਤੱਕ ਸਿੰਘਾਂ ਦਾ ਇਲਾਕਾ, ਮਾਲਵਾ ਤਾਂ ਹੈ ਹੀ ਸਿੱਖਾਂ ਦੇ ਨਾਲ ਹੱਕ ਦੇ ਵਿੱਚ ਸੀਗਾ, ਭਾਵੇਂ ਮਲਵਈ ਸਿੱਖ ਪਿੰਡਾਂ ਵਿੱਚ ਵੱਖਰੇ ਵੱਖਰੇ ਚੌਧਰੀ ਸਨ ਛੋਟੇ ਛੋਟੇ, ਪਰ ਉਹ ਆਏ ਗਏ ਸਿੱਖਾਂ ਦੀ ਮਦਦ ਕਰਦੇ ਸਨ। ਮਾਝੇ ਸਿੰਘ ਜਿਹੜੇ ਲੜਾਕੇ ਸਿੰਘ ਸਨ, ਉਹਨਾਂ ਦੇ ਸਰਕਾਰ ਪੈਰ ਨਹੀਂ ਸੀ ਲੱਗਣ ਦਿਆ ਕਰਦੀ। ਹੁਣ ਮਾਝੇ 'ਚ ਵੀ ਸਿੱਖਾਂ ਦੇ ਪੈਰ ਲੱਗਣ ਲੱਗ ਪਏ, ਕਿਉਂਕਿ ਲਾਹੌਰ ਸਰਕਾਰ ਢਿੱਲੀ ਪੈ ਚੁੱਕੀ ਸੀ। ਸਿੰਘਾਂ ਦਾ ਇਕਬਾਲ ਦੁਆਬੇ ਵਿੱਚ ਵੀ, ਤੇ ਪਰਾਂ ਲੰਮੇ ਦੇਸ਼ ਪੋਠੋਹਾਰ ਵੱਲ, ਗੁਜਰਾਂਵਾਲਾ ਜਿਹੜਾ ਪੰਜਾਬ ਦਾ ਪਾਕਿਸਤਾਨ ਦਾ ਜ਼ਿਲ੍ਹਾ ਹੈ, ਉੱਥੇ ਸ਼ੇਰੇ ਪੰਜਾਬ ਰਣਜੀਤ ਸਿੰਘ ਦੇ ਦਾਦੇ ਨੇ ਕਿਲ੍ਹਾ ਬਣਾ ਲਿਆ ਸੀ ਗੁਜਰਾਂਵਾਲਾ, ਆਪਣੀ ਰਾਜਧਾਨੀ ਕਾਇਮ ਕੀਤੀ। ਹੋਰ ਬਹੁਤ ਸਾਰੇ ਇਲਾਕੇ, ਰੋਹਤਾਸ਼ ਦੇ ਕਿਲ੍ਹੇ ਤੇ ਚੜ੍ਹਤ ਸਿੰਘ ਨੇ ਕਬਜ਼ਾ ਕਰ ਲਿਆ। ਪੰਜਾਬ ਸਿੱਖਾਂ ਨੇ ਮਲਣਾ ਸ਼ੁਰੂ ਕਰ ਦਿੱਤਾ 1758 ਦੇ ਵਿੱਚ। ਦੋਹਰਾ ਸ਼ਾਹ ਕਾਬਲੀ ਕੱਢ ਦਿਓ ਸਿੰਘਨ ਮਰਹਟਨ ਰਲ। ਅਹਿਮਦ ਸ਼ਾਹ ਅਬਦਾਲੀ ਜਿਹੜਾ ਕਾਬਲ ਦਾ ਬਾਦਸ਼ਾਹ, ਬਹੁਤ ਬਲੀ, ਬੜਾ ਜ਼ਬਰਦਸਤ ਬਾਦਸ਼ਾਹ ਸੀ, ਉਹ ਵੀ ਸਿੱਖਾਂ ਨੇ ਤੇ ਮਰਹਟਿਆਂ ਨੇ ਰਲ ਕੇ ਪੰਜਾਬ ਤੋਂ ਭਜਾ ਦਿੱਤਾ। ਮਰਹਟੇ ਵੀ ਕਿਉਂਕਿ ਚਾਹੁੰਦੇ ਸਨ ਕਿ ਸਾਡਾ ਪੰਜਾਬ ਤੇ ਕਬਜ਼ਾ ਹੋਵੇ, ਦਿੱਲੀ ਤੇ ਕਬਜ਼ਾ ਹੋਵੇ। ਮਰਹਟਿਆਂ ਦੀ ਫੌਜ ਸਿੱਖਾਂ ਨਾਲੋਂ ਬਹੁਤ ਜ਼ਿਆਦਾ ਸੀ ਔਰ ਤਾਕਤ ਵਿੱਚ ਸੀਗੀ, ਔਰ ਜਥੇਬੰਦਕ ਢੰਗ ਦੇ ਨਾਲ ਉਹ ਲਗਭਗ 2.5 ਲੱਖ 2-2 ਲੱਖ ਫੌਜ ਲੈ ਕੇ ਆਉਂਦਾ ਸੀ, ਹੁਲਕਰ ਰਾਓ, ਰਾਘੋ ਰਾਓ। ਪਰ ਪੰਜਾਬ ਵਿੱਚ ਸਿੱਖ ਫੇਰ ਵੀ ਮਰਹਟਿਆਂ ਦੇ ਪੈਰ ਨਹੀਂ ਸੀ ਲੱਗਣ ਦਿੰਦੇ। ਆਪਸ ਵਿੱਚ ਵੀ ਮਰਹਟੇ ਤੇ ਸਿੱਖ ਘੁਰਮਘੂਰੀ ਹੁੰਦੇ ਸਨ, ਤੇ ਜਦੋਂ ਅਬਦਾਲੀ ਆਉਂਦਾ ਸੀ ਉਹਦੇ ਨਾਲ ਲੜਨ ਨੂੰ ਇਕੱਠੇ ਵੀ ਹੋ ਜਾਂਦੇ ਸਨ, ਤੇ ਮੁਗਲਾਂ ਨੇ ਮਰਹਟੇ ਲਿਆਂਦੇ ਸਨ। ਇਸ ਕਰਕੇ ਹੁਣ ਮਰਹਟਿਆਂ ਨੇ ਤੇ ਸਿੱਖਾਂ ਨੇ ਰਲ ਕੇ ਇੱਕ ਵਾਰੀ ਤਾਂ ਅਬਦਾਲੀ ਦੇ ਜਿੰਨੇ ਥਾਣੇ ਸਨ, ਸਰਹੰਦ, ਜਲੰਧਰ ਤੇ ਲਾਹੌਰ, ਪਠਾਣਾ ਕੋਲੋਂ ਖਾਲੀ ਕਰਵਾ ਲਏ। ਮਰਹਟੇ ਫੈਲ ਸਭ ਥਾਂ ਗਏ। ਮਰਹਟੇ ਸਭ ਥਾਂ ਤੇ ਫੈਲ ਗਏ। ਮਰਹਟਿਆਂ ਦੀ ਫੌਜ ਜ਼ਿਆਦਾ ਸੀ, ਗਿਣਤੀ ਜ਼ਿਆਦਾ ਸੀ। ਸਿੱਖਾਂ ਦੀ ਗਿਣਤੀ ਮਰਹਟਿਆਂ ਦੇ ਸਾਹਮਣੇ 10ਵਾਂ ਹਿੱਸਾ ਵੀ ਨਹੀਂ ਸੀ। ਸਿੱਖ ਠੀਕ ਸਨ ਕਿ ਲਗਭਗ 70-80 ਹਜ਼ਾਰ ਜਾਂ 1 ਲੱਖ ਤਾਈਂ ਗਿਣਤੀ ਸਿੱਖਾਂ ਦੀ ਜਾਂਦੀ ਸੀ। ਭਾਈ ਸਤਨ ਸਿੰਘ ਜੀ ਲਿਖਦੇ, ਲੋਕ ਕਹਿ ਸਿੰਘ 1 ਲੱਖ ਸਾਰਾ, 50 ਬਚਿਓ ਸੋ 50 ਗਇਓ ਮਾਰਾ। 1 ਲੱਖ ਸਿੰਘਾਂ ਚੋਂ 50,000 ਵੱਡੇ ਘੱਲੂ ਘਾਰੇ 'ਚ ਮਾਰਿਆ ਗਿਆ। ਇਹ ਲੋਕਾਂ ਦੀ ਗੱਲ ਹੈ।
ਪਰ ਭਾਈ ਸਾਹਿਬ ਕਹਿੰਦੇ ਪਿਤਾ ਹਮਾਰੇ 30 ਬਸਾਤਾਏ, ਮੇਰੇ ਪਿਤਾ ਨੇ 30,000 ਗਿਣਤੀ ਦੱਸੀ ਹੈ। ਇਹ ਵੱਖੋ ਵੱਖ ਗੱਲਾਂ ਸਨ, ਪਰ ਚਲੋ ਸਿੱਖਾਂ ਦੀ ਗਿਣਤੀ ਜੇ ਸਾਰੇ ਦਲਾਂ ਦੀ, ਸਾਰੀਆਂ ਸੰਪਰਦਾਵਾਂ ਤੇ ਮਿਸਲਾਂ ਦੀ ਪਾਈ ਜਾਵੇ 1 ਲੱਖ ਤੋਂ ਉੱਤੇ ਨਹੀਂ ਸੀ। ਤੇ ਮਰਹੱਟਿਆਂ ਦਾ ਇੱਕ ਜਥਾ ਹੀ ਆਉਂਦਾ ਸੀ, 2-2, 2.5 ਲੱਖ ਆਉਂਦਾ ਸੀ। ਪਠਾਨ 2.5-3 ਲੱਖ ਤੋਂ ਘੱਟ ਨਹੀਂ ਸੀ ਆਉਂਦੇ। ਇਸ ਕਰਕੇ ਸਿੱਖਾਂ ਨਾਲੋਂ ਦੋਵੇਂ ਹੀ ਫੌਜਾਂ ਜ਼ਿਆਦਾ ਹੁੰਦੀਆਂ ਸਨ। ਦਿੱਲੀ ਲਾਹੌਰ ਸੋ ਮੱਲ, ਦਿੱਲੀ ਤੇ ਲਾਹੌਰ ਮਰਹੱਟਿਆਂ ਨੇ ਮੰਨ ਲਈ। ਦਿੱਲੀ ਦੇ ਵਿੱਚ ਤਾਂ ਗਾਜਦੀਨ ਜਿਹੜਾ ਸੀਗਾ ਉਹ ਮਰਹੱਟਿਆਂ ਨੂੰ ਲੈ ਕੇ ਆਇਆ ਸੀ, ਤੇ ਮਰਹੱਟਿਆਂ ਨੇ ਦਿੱਲੀ ਦੇ ਆਲੇ ਦੁਆਲੇ ਸਾਰਾ ਇਲਾਕਾ ਫਤਿਹ ਕਰਕੇ ਫਿਰ ਸਰਹੰਦ ਵਿੱਚ ਵੀ ਮਰਹੱਟਿਆਂ ਨੇ ਲੁੱਟਮਾਰ ਕਰ ਲਈ, ਤੇ ਜਲੰਧਰ ਤੇ ਲਾਹੌਰ ਤੱਕ, ਦਿੱਲੀ ਤੇ ਲਾਹੌਰ ਤੱਕ ਮਰਹੱਟੇ ਫੈਲ ਗਏ। ਸੁਣੀ ਨਵਾਬ ਲਾਹੌਰੀਆਂ ਨਾ ਚੈਨ ਸੋ ਗਾਇਦੀ ਆਏ। ਜਦੋਂ ਲਾਹੌਰ ਦੇ ਨਵਾਬ ਨੂੰ ਪਤਾ ਲੱਗਾ ਕਿ ਗਾਜਦੀਨ ਦਿੱਲੀ ਦਾ ਵਜ਼ੀਰ ਲਾਹੌਰ ਆ ਰਿਹਾ ਹੈ, ਉਹ ਲਾਹੌਰ ਦਾ ਨਵਾਬ ਵੀ ਘਬਰਾ ਗਿਆ, ਡਰ ਗਿਆ। ਦੈ ਡੋਲੋ ਉਨ ਮੋੜੀਆਂ ਨਾ ਸੋ ਦਿੱਲੀ ਕੇ ਰਾਹੂ। ਉਹਨਾਂ ਨੇ ਸਲਾਹ ਕੀਤੀ ਲਾਹੌਰ ਵਾਲਿਆਂ ਨੇ ਕਿ ਗਾਜਦੀਨ ਨੂੰ ਆਪਾਂ ਮਾਇਆ ਦੇ ਕੇ, ਟੈਕਸ ਦੇ ਕੇ, ਖੁੱਲਾ ਗੱਫਾ ਦੇ ਕੇ ਮੋੜ ਦਈਏ, ਤੇ ਇੱਕ ਅੱਧੀ ਲੜਕੀ ਦਾ ਰਿਸ਼ਤਾ ਦੇ ਦਈਏ। ਉਸ ਵੇਲੇ ਇਹ ਵੀ ਰਿਵਾਜ ਹੁੰਦਾ ਸੀ ਕਿ ਜੇ ਕੋਈ ਤਾਕਤਵਰ ਹਮਲਾਵਰ ਆਵੇ ਤੇ ਨਵਾਬ ਲੋਕ ਆਪਣੀਆਂ ਲੜਕੀਆਂ ਦੇ ਆਪਣੇ ਪਰਿਵਾਰ ਚੋਂ ਕੋਈ ਰਿਸ਼ਤਾ ਕਰਦਿਆ ਕਰਦੇ ਸਨ, ਉਹਦੇ ਨਾਲ ਰਿਸ਼ਤੇਦਾਰੀ ਬਣਾ ਲੈਂਦੇ ਸਨ। ਗਾਜਦੀਨ ਨੂੰ ਜੋ ਦਿੱਲੀ ਦਾ ਵਜ਼ੀਰ ਹੈ ਉਹ ਫੌਜ ਲੈ ਕੇ ਮਰਹੱਟਿਆਂ ਦੀ ਆ ਰਿਹਾ ਹੈ। ਲਾਹੌਰ ਵਾਲਿਆਂ ਨੇ ਸੋਚਿਆ ਆਪਾਂ ਇਹਨਾਂ ਨੂੰ ਰਿਸ਼ਤਾ ਕਰ ਦਈਏ ਤੇ ਟਾਲ ਦਈਏ। ਚੌਪਈ ਸਾਹੂ ਦਿੱਲੀ ਕੋ ਸੁਸਤ ਸੋ ਪਇਓ। ਉਸ ਵੇਲੇ ਜਿਹੜਾ ਦਿੱਲੀ ਦਾ ਮੁਗਲ ਬਾਦਸ਼ਾਹ ਸੀ ਉਹ ਸੁਸਤ ਹੋ ਚੁੱਕਾ ਸੀ। ਭਾਵ ਦਿੱਲੀ ਦਾ ਮੁਗਲ ਬਾਦਸ਼ਾਹ ਕਹਿਣ ਕਾਗਜ਼ਾਂ ਵਿੱਚ ਹੀ ਬਾਦਸ਼ਾਹ ਸੀਗਾ, ਉਹ ਵੀ ਦਿੱਲੀ ਦੇ ਅੰਦਰ ਅੰਦਰ, ਉਹਦਾ ਕੋਈ ਹੁਕਮ ਨਹੀਂ ਸੀ ਮੰਨਦਾ। ਨਾ ਲਾਹੌਰ 'ਚ ਉਹਦਾ ਹੁਕਮ ਚੱਲਦਾ ਸੀ, ਨਾ ਸਰਹੰਦ ਵਿੱਚ ਦਿੱਲੀ ਦੇ ਬਾਦਸ਼ਾਹ ਦਾ ਕੋਈ ਹੁਕਮ ਚੱਲਦਾ ਸੀ। ਤੇ ਦੱਖਣ ਦੇ ਵਿੱਚ ਉਧਰ ਮਰਹੱਟਿਆਂ ਦਾ ਪਹਿਲਾਂ ਹੀ ਬੜਾ ਜ਼ੋਰ ਸੀਗਾ। ਤੇ ਜਿਹੜਾ ਪੂਰਬ ਦਾ ਇਲਾਕਾ ਹੈ, ਯਾਨੀ ਯੂਪੀ, ਬਿਹਾਰ, ਬੰਗਾਲ, ਅਸਾਮ ਵੱਲ, ਉਹ ਮਨਸੂਰ ਅਲੀ ਲਖਨਊ ਦੇ ਵਜ਼ੀਰ ਨੇ, ਜਿਹੜਾ ਸੀ ਵਜ਼ੀਰ ਦਿੱਲੀ ਦਾ, ਉਹਨੇ ਸਾਰਾ ਇਲਾਕਾ ਆਪਣੇ ਕਬਜ਼ੇ 'ਚ ਕਰ ਲਿਆ ਸੀ। ਵਜ਼ੀਰ ਗਾਜਦੀ ਗਾਜਦ ਪਇਓ। ਗਾਜਦੀਨ ਜਿਹੜਾ ਸੀ ਉਹ ਮਰਹੱਟਿਆਂ ਦੇ ਸਿਰ ਦੇ ਉੱਤੇ ਬੜਾ ਗੱਜਦਾ ਸੀ, ਉਹਨੂੰ ਮਰਹੱਟਿਆਂ ਦੇ ਬੜਾ ਮਾਣ ਸੀ, ਮਰਹੱਟੇ ਉਹਦਾ ਕਹਿਣਾ ਮੰਨਦੇ ਸਨ। ਮਨ ਮੈਂ ਗਾਜਦੀ ਕੀਓ ਅਭਿਮਾਨ। ਤੇ ਗਾਜਦੀਨ ਹੰਕਾਰ 'ਚ ਆ ਗਿਆ, ਆਫਰ ਗਿਆ। ਫੌਜ ਆਪਣੀ ਦੇਖ ਕੇ ਵੀ ਮੇਰੇ ਨਾਲ ਫੌਜ ਬੜੀ ਹੈ, ਉਹਨੇ ਲਾਹੌਰ ਦੇ ਇਰਦੇ ਗਿਰਦੇ ਆਪਣੀਆਂ ਫੌਜਾਂ, ਪੰਜਾਬ ਸਾਰੇ 'ਚ ਮਰਹੱਟੇ ਫੈਲ ਗਏ। ਬੁਲਾਏ ਗੰਗ ਭੱਟ ਕਹਿਓ ਬਖਾਨ। ਉਹਨੇ ਇੱਕ ਭੱਟ, ਗੰਗ ਭੱਟ ਨੂੰ, ਬੜਾ ਇੱਕ ਪੰਡਤ ਸੀਗਾ, ਵਿਦਵਾਨ ਕਵੀ, ਉਹਨੂੰ ਬੁਲਾ ਕੇ ਕਿਹਾ, ਅਬ ਤੁਮ ਹਮਰੋ ਜਸ ਬਨਾਇਓ। ਉਹ ਗੰਗ ਭੱਟ ਨੂੰ ਕਹਿਣ ਲੱਗਾ, ਗਾਜਦੀਨ ਤੂੰ ਮੇਰੇ ਜਸ ਦਾ ਕਿੱਸਾ ਬਣਾ ਦੇ। ਜਦੋਂ ਕਿਸੇ ਬੰਦੇ ਨੂੰ ਹੰਕਾਰ ਹੋ ਜਾਂਦਾ ਨਾ, ਉਹ ਇਹ ਚਾਹੁੰਦਾ ਵੀ ਢਾਡੀ ਮੇਰੀਆਂ ਵਾਰਾਂ ਗਾਣ, ਮੇਰੀ ਬਹਾਦਰੀ ਦੇ ਕਿੱਸੇ ਪੜ੍ਹੇ ਜਾਣ। ਗਾਜਦੀਨ ਨੇ ਉਸ ਭੱਟ, ਗੰਗ ਭੱਟ ਨੂੰ ਕਿਹਾ ਵੀ ਤੂੰ ਮੇਰੀ ਬਹਾਦਰੀ ਦਾ ਕਿੱਸਾ ਬਣਾ, ਤੇ ਦੁਨੀਆ ਪੜ੍ਹਿਆ ਕਰੇਗੀ ਵੀ ਬੜਾ ਯੋਧਾ ਹੋਇਆ ਗਾਜਦੀਨ ਵਜ਼ੀਰ, ਜਿਹਨੇ ਦੱਖਣ ਤੋਂ ਲੈ ਕੇ ਲਾਹੌਰ ਤੱਕ ਆਪਣਾ ਡੰਕਾ ਵਜਾਇਆ ਹੈ। ਹਮਕੋ ਤੁਮ ਬੜ ਵਜ਼ੀਰ ਖਾਇਓ। ਤੇ ਤੂੰ ਆਪਣੀਆਂ ਕਿਤਾਬਾਂ ਵਿੱਚ, ਆਪਣੇ ਕਿੱਸਿਆਂ 'ਚ, ਆਪਣੇ ਗੀਤਾਂ ਵਿੱਚ ਮੇਰੀ ਵਡਿਆਈ ਕਰ ਦੇ। ਜਿਵੇਂ ਅੱਜ ਕੱਲ੍ਹ ਲੋਕ, ਰਾਜਨੀਤਿਕ ਲੋਕ ਮੀਡੀਆ ਦਾ ਸਹਾਰਾ ਲੈਂਦੇ ਹਨ, ਅਖਬਾਰਾਂ ਵਾਲਿਆਂ ਨੂੰ ਪੈਸੇ ਦੇ ਦਿਓ, ਚੈਨਲਾਂ ਵਾਲਿਆਂ ਨੂੰ ਪੈਸੇ ਦੇ ਦਿਓ, ਉਹ ਵਡਿਆਈ ਕਰ ਦਿੰਦੇ, ਉਹ ਫਲਾਣਾ ਲੀਡਰ ਬੜਾ ਤਗੜਾ ਜੀ, ਉਹਦੇ ਨਾਲ ਇੰਨੀ ਭੀੜ ਹੈ, ਭਾਵੇਂ ਹੋਵੇ ਘਰ ਵਾਲੇ ਵੀ ਨਾ ਉਹਨੂੰ ਵੋਟ ਪਾਉਂਦੇ ਹੋਣ, ਪਰ ਉਹਦਾ ਜਿਹੜਾ ਨਾ ਸ਼ੋਸ਼ਾਬਾਜ਼ੀ ਜਿਹੜੀ ਆ ਉਹ ਬੜੀ ਵੱਡੀ ਕਰ ਦਿੰਦੇ, ਬਹੁਤ ਵੱਡਾ ਪਸਾਰਾ ਕਰ ਦਿੰਦੇ। ਤੇ ਲੋਕ ਫਿਰ ਜਦੋਂ ਕਿਸੇ ਦੇ ਦੇਖਦੇ ਆ, ਜੋ ਸੁਣਦੇ, ਲੋਕ ਨਾਲ ਲੱਗ ਜਾਂਦੇ ਆ। ਤੋ ਵਜ਼ੀਰ ਜਿਹੜਾ ਸੀ ਗਾਜਦੀਨ, ਉਹਨੇ ਚਾਲ ਚੱਲਣੀ ਚਾਹੀ। ਉਹ ਕਹਿੰਦਾ ਵੀ ਤੂੰ ਮੈਨੂੰ ਸਭ ਤੋਂ ਵੱਡਾ ਵਜ਼ੀਰ ਸਿੱਧ ਕਰ ਦੇ। ਉਦੋਂ ਕਵੀਆਂ ਕੋਲ, ਢਾਡੀਆਂ ਕੋਲ, ਭੱਟਾਂ ਕੋਲ ਤਾਕਤ ਹੁੰਦੀ ਸੀ। ਮੀਡੀਆ ਇਹੀ ਹੁੰਦਾ ਸੀ ਵੀ ਕਵੀਆਂ ਨੇ ਕੋਈ ਕਵਿਤਾ ਲਿਖ ਦੇਣੀ, ਲੋਕਾਂ ਦੇ ਮੂੰਹ ਤੇ ਚੜ੍ਹ ਜਾਣੀ, ਲੋਕਾਂ ਨੇ ਜੋ ਬੋਲੀ ਜਾਣਾ, ਪੜ੍ਹੀ ਜਾਣਾ, ਉਹ ਦਿਮਾਗ 'ਚ ਉਤਰ ਜਾਣਾ, ਤੇ ਹਵਾ ਬਣ ਜਾਂਦੀ ਵੀ ਫਲਾਣਾ ਬੰਦਾ ਬੱਲੇ 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 ਬੱਲੇ। ਤੇ ਗਾਜਦੀਨ ਕਹਿੰਦਾ ਵੀ ਤੂੰ ਮੇਰੀ ਬੱਲੇ ਬੱਲੇ ਕਰਾ ਦੇ, ਤੇ ਮੇਰੇ ਕੋਲ ਜਿੰਨੇ ਮਰਜ਼ੀ ਪੈਸੇ ਲੈ ਲੈ।
ਗਾਇਤੀ ਬੰਦਰੋ ਹਮਰੋ ਖਿਤਾਬ। ਤੋ ਮੇਰਾ ਖਿਤਾਬ ਬੰਦਰਾ ਮੈਨੇ ਲਾੜਾ, ਗਾਜਦੀਨ ਲਾੜਾ ਹਿੰਦੁਸਤਾਨ ਦਾ। ਜਿਵੇਂ ਬਰਾਤ ਵਿੱਚ ਲਾੜਾ ਸੋਭਦਾ ਤੇ ਲਾੜੇ ਬਿਨਾ ਬਰਾਤ ਨਹੀਂ ਹੁੰਦੀ, ਮੇਰੇ ਬਿਨਾ ਕਹਿੰਦਾ ਹਿੰਦੁਸਤਾਨ ਨਹੀਂ ਸੋਭਦਾ। ਹਾਂਜੀ, ਦਇਓ ਪਤਸ਼ਾਹ ਸੋ ਮੋਕੋ ਆਬ। ਆ ਮੈਨੂੰ ਬਾਦਸ਼ਾਹ ਨੇ ਖਿਤਾਬ ਦਿੱਤਾ ਤੇ ਮੈਂ ਬਾਦਸ਼ਾਹ ਵੱਲੋਂ, ਮੁਗਲ ਬਾਦਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਵੱਲੋਂ ਵਜ਼ੀਰ ਹਾਂ, ਹਿੰਦੁਸਤਾਨ ਦਾ ਵੱਡਾ ਵਜ਼ੀਰ। ਦੂਜੇ ਵਜ਼ੀਰ ਆਪੇ ਡਾਊਨ ਹੋ ਜਾਣਗੇ ਜਦੋਂ ਮੇਰੀ ਵਡਿਆਈ ਹੋ ਜਾਏਗੀ। 4 ਵਜ਼ੀਰ ਸਨ ਸਾਸਨ, ਆਜ਼ਮ ਅਲੀ ਦੱਖਣ ਦੇ ਵਿੱਚ ਤੇ ਮਨਸੂਰ ਅਲੀ ਪੂਰਬ ਦੇ ਵਿੱਚ, ਤੇ ਇੱਕ ਸੀਗਾ ਨਜੀਬ ਖਾਨ ਰੋਹੇਲਾ ਜਿਹੜਾ ਅਬਦਾਲੀ ਦਾ ਚਮਚਾ ਸੀਗਾ, ਹਰ ਵੇਲੇ ਅਬਦਾਲੀ ਨੂੰ ਉਹੀ ਬੁਲਾਉਂਦਾ ਸੀ, ਉਹ ਵੀ ਸਿੱਖਾਂ ਦਾ ਵੈਰੀ ਸੀ। ਗਾਜਦੀਨ ਜਿਹੜਾ ਸੀ ਇਹ ਮਰਾਠਿਆਂ ਦੇ ਆਸਰੇ ਤੇ ਰੋਹੇਲਿਆਂ ਨੂੰ ਭਜਾ ਦਿੰਦਾ ਸੀ। ਇਹਨਾਂ ਦੀ ਆਪਸ ਵਿੱਚ 4 ਵਜ਼ੀਰਾਂ ਦੀ ਲੱਗਦੀ ਸੀ। ਦਿੱਲੀ ਦੇ 4 ਵੱਡੇ ਵਜ਼ੀਰ ਆਪਸ 'ਚ ਇੱਕ ਦੂਜੇ ਦੇ ਦੁਸ਼ਮਣ ਬਣੇ ਹੋਏ ਸਨ। ਤੋ ਗਾਜਦੀਨ ਕਹਿੰਦਾ ਵੀ ਜੇ ਤੂੰ ਮੇਰੀ ਤਾਰੀਫ ਕਰ ਦਵੇਂ ਤੇ ਮੇਰੇ ਨੰਬਰ ਵੱਧ ਜਾਣਗੇ, 3 ਵਜ਼ੀਰ ਥੱਲੇ ਹੋ ਜਾਣਗੇ, ਤੇ ਫਿਰ ਮੈਂ ਹੋ ਸਕਿਆ ਤੇ ਹਿੰਦੁਸਤਾਨ ਦਾ ਬਾਦਸ਼ਾਹ ਵੀ ਬਣ ਜਾਵਾਂਗਾ ਜਦੋਂ ਤਾਕਤ ਮੇਰੇ ਹੱਥ 'ਚ ਆ ਜਾਏਗੀ। ਤੋ ਗੰਗ ਭੱਟ ਨੂੰ ਜਿਹੜਾ ਇੱਕ ਬਹੁਤ ਵੱਡਾ ਉੱਚ ਦਰਜੇ ਦਾ ਕਵੀ ਸੀ, ਉਹਨੂੰ ਗਾਜਦੀਨ ਨੇ ਲਾਲਚ ਦੇ ਕੇ ਬੜੇ ਉਹਨੂੰ ਸਮਝਾਇਆ ਵੀ ਤੂੰ ਮੇਰੀ ਤਾਰੀਫ ਕਰ। ਤਬ ਗੰਗ ਨੇ ਐਸੇ ਕਹਿਓ। ਤਾਂ ਅੱਗੋਂ ਗੰਗ ਭੱਟ ਜਿਹੜਾ ਸੀ ਜਾਤ ਦਾ ਬ੍ਰਾਹਮਣ ਸੀ ਤੇ ਬੜਾ ਚੰਗਾ ਕਵੀ ਸੀਗਾ ਔਰ ਬੜਾ ਧਰਮੀ ਬੰਦਾ ਸੀ। ਉਹਨੇ ਜਵਾਬ ਦਿੱਤਾ, ਉਹਨੇ ਕਿਹਾ ਗਾਜਦੀਨ ਜੀ ਸੁਣੋ। ਹਾਂਜੀ, ਹਮ ਤੇ ਝੂਠਨ ਆਖਤ ਜਇਓ। ਉਹ ਕਹਿੰਦਾ ਮੇਰੇ ਤਾਂ ਝੂਠ ਨਹੀਂ ਆਖਿਆ ਜਾਂਦਾ ਕਿ ਸਾਰੇ ਬੰਦੇ ਸਾਧ ਸੰਗਤ ਜੀ ਵਿਕਣ ਵਾਲੇ ਨਹੀਂ ਹੁੰਦੇ, ਸਾਰੇ ਮੀਡੀਆ ਵਾਲੇ ਵੀ ਵਿਕਣ ਵਾਲੇ ਨਹੀਂ ਹੁੰਦੇ। ਕਈ ਮੀਡੀਆ ਵਾਲਿਆਂ 'ਚ ਵੀ ਬੜੇ ਬੜੇ ਚੰਗੇ ਅੱਜ ਕੱਲ੍ਹ ਉਹ ਜਵਾਬ ਦੇ ਦਿੰਦੇ, ਕਹਿੰਦੇ ਝੂਠੀ ਖਬਰ ਨਹੀਂ ਲਾਣੀ ਅਸੀਂ। ਉਦੋਂ ਉਹ ਗੰਗ ਭੱਟ ਨੇ ਵੀ ਉਹੀ ਗੱਲ ਕੀਤੀ, ਜੁਰਤ ਕੀਤੀ। ਉਹ ਕਹਿਣ ਲੱਗਾ ਦੇਖੋ ਗਾਜਦੀਨ ਜੀ, ਮੈਂ ਝੂਠ ਨਹੀਂ ਬੋਲ ਸਕਦਾ, ਮੇਰੀ ਕਲਮ ਮੈਨੂੰ ਪ੍ਰਮਾਤਮਾ ਨੇ, ਵਾਹਿਗੁਰੂ ਨੇ ਵਿੱਦਿਆ ਦਿੱਤੀ ਹੈ, ਮੈਂ ਆਪਣੀ ਵਿੱਦਿਆ ਦੇ ਨਾਲ ਸੱਚਾਈ ਲਿਖਾਂਗਾ, ਝੂਠ ਨਹੀਂ ਲਿਖਾਂਗਾ। ਹਾਂਜੀ, ਸੱਚੋ ਸੱਚ ਜੋ ਕਹੋ ਬਖਾਣ। ਮੈਂ ਸੱਚੋ ਸੱਚ ਕਹਿ ਦਿਆਂਗਾ, ਜੋ ਮੈਨੂੰ ਸਮਝ ਆਈ ਨਾ ਵੀ ਜੋ ਤੇਰੀ ਅਸਲੀਅਤ ਹੈ ਉਹ ਮੈਂ ਲਿਖ ਦੇਣੀ ਹੈ, ਝੂਠ ਮੈਂ ਨਹੀਂ ਲਿਖਣਾ। ਹਾਂਜੀ, ਕਰੋ ਸੱਚ ਪੈ ਜਾਨ ਕੁਰਬਾਨ। ਸੱਚ ਤੇ ਮੈਂ ਆਪਣੀ ਜਾਨ ਵਾਰ ਦਿਆਂਗਾ, ਕਿਉਂਕਿ ਜਾਨ ਇੱਕ ਦਿਨ ਜਾਣੀ ਜਾਣੀ ਹੈ। ਦੁਨੀਆ ਤੇ ਜਿਹੜਾ ਵੀ ਬੰਦਾ ਆਇਆ ਉਹ ਭਾਵੇਂ ਝੂਠ ਬੋਲੇ ਭਾਵੇਂ ਸੱਚ, ਮਰਨਾ ਹੈ। ਪਰ ਸੱਚ ਦੇ ਨਾਲ ਮਰਨ ਵਾਲੇ ਦੀ ਜੈ ਜੈਕਾਰ ਦਰਗਾਹ ਤੱਕ ਹੁੰਦੀ ਹੈ ਤੇ ਝੂਠੇ ਬੰਦੇ ਦਾ ਲੋਕ ਪਰਲੋਕ ਮੂੰਹ ਕਾਲਾ ਹੁੰਦਾ ਹੈ। ਪਿਛਲੇ ਪਟ ਕਚਹਿਰੀ ਮਾਹੇ। ਹਾਂ, ਇਸ ਤਰ੍ਹਾਂ ਗੰਗ ਭੱਟ ਨੇ ਭਰੀ ਕਚਹਿਰੀ ਦੇ ਵਿੱਚ ਜਵਾਬ ਦੇ ਦਿੱਤਾ। ਝੂਠ ਨਾ ਬੋਲ ਗਏ ਜਾਨ ਗਵਾਏ। ਕਹਿਣ ਲੱਗਾ ਸਾਡੇ ਵੱਡੇ ਵਡੇਰੇ ਵੀ, ਉਹ ਭੱਟ ਇੱਕ ਬਰਾਦਰੀ ਹੁੰਦੀ ਹੈ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੁਸੀਂ ਸਰਵਣ ਕੀਤੇ ਭੱਟਾਂ ਦੇ ਸਵਈਏ, ਆਖੋ ਵਾਹਿਗੁਰੂ। ਭੱਟ ਭਿੱਖਾ ਜੀ, ਭੱਟ ਮਥਰਾ ਜੀ, ਭੱਟ ਟੱਲ ਸੱਲ ਕੱਲ, ਇਹ ਜਿਹੜੇ ਭੱਟ ਹੋਏ ਨੇ ਇਹਨਾਂ ਨੇ ਸੱਚੇ ਪਾਤਸ਼ਾਹ ਦੀ ਉਸਤਤ ਕੀਤੀ ਹੈ। ਭੰਨ ਮਥਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਇਹਨਾਂ ਨੇ ਸੱਚੀ ਵਡਿਆਈ ਕੀਤੀ ਹੈ ਤੇ ਉਹਨਾਂ ਦੇ ਬਦਲੇ ਵਿੱਚ ਭਾਵੇਂ ਉਹਨਾਂ ਨੂੰ ਕਿੰਨੇ ਦੁੱਖ ਝੱਲਣੇ ਪਏ ਹੋਣ, ਗੰਗ ਭੱਟ ਕਹਿਣ ਲੱਗਾ ਸਾਡੇ ਵੱਡੇ ਵਡੇਰਿਆਂ ਨੇ ਸੱਚੀ ਵਡਿਆਈ ਕੀਤੀ ਹੈ ਤੇ ਉਹ ਜਾਨਾਂ ਤੇ ਗਵਾ ਗਏ, ਪਰ ਉਹਨਾਂ ਨੇ ਕਿਸੇ ਝੂਠੇ ਦੀ ਤਾਰੀਫ ਨਹੀਂ ਕੀਤੀ। ਤੇ ਮੈਂ ਤੇਰੀ ਝੂਠੀ ਤਾਰੀਫ ਕਰਕੇ ਆਪਣੀ ਕੁੱਲ ਨੂੰ ਲਾਜ ਨਹੀਂ ਲਾਣਾ। ਭੱਟ ਸਾਧ ਸੰਗਤ ਜੀ ਬ੍ਰਾਹਮਣ ਹੁੰਦੇ ਥੋੜ੍ਹੀ ਘੱਟ ਲੋ ਬਰਾਦਰੀ ਮੰਨੀ ਜਾਂਦੀ ਬ੍ਰਾਹਮਣਾਂ ਵਿੱਚ। ਉਹਨਾਂ ਨੂੰ ਤਾਂ ਲੋ ਮੰਨਦੇ ਆ ਵੀ ਉਹ ਕਿਸੇ ਰਾਜੇ ਮਹਾਰਾਜੇ ਦੀ, ਕਿਸੇ ਅਮੀਰ ਦੀ, ਕਿਸੇ ਯੋਧੇ ਦੀ ਵਡਿਆਈ ਗਾਉਂਦੇ ਹੁੰਦੇ ਸਨ। ਜਿਹੜੇ ਬ੍ਰਾਹਮਣ ਉੱਚੇ ਕਹਾਉਂਦੇ ਉਹ ਕਹਿੰਦੇ ਸਨ ਵੀ ਇਹ ਬੰਦੇ ਦੀ ਤਾਰੀਫ ਕਰਦੇ ਆ, ਅਸੀਂ ਭਗਵਾਨ ਦੀ ਕਰਦੇ ਹਾਂ। ਪਰ ਜਿਹੜੇ ਭੱਟ ਗੁਰੂ ਗ੍ਰੰਥ ਸਾਹਿਬ 'ਚ ਆਏ ਉਹਨਾਂ ਨੇ ਕਿਸੇ ਬੰਦੇ ਦੀ ਤਾਰੀਫ ਨਹੀਂ ਕੀਤੀ, ਉਹਨਾਂ ਨੇ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਰੂਪ ਗੁਰੂ ਨਾਨਕ ਸਾਹਿਬ ਦੀ ਤਾਰੀਫ ਕੀਤੀ ਹੈ। ਸੋ ਇਸ ਕਰਕੇ ਉਹਨਾਂ ਭੱਟਾਂ ਦਾ ਦਰਜਾ ਆਮ ਭੱਟਾਂ ਨਾਲੋਂ ਵੱਡਾ ਹੈ। ਸੋ ਇਸ ਕਰਕੇ ਸਾਧ ਸੰਗਤ ਜੀ ਗੰਗ ਭੱਟ ਕਹਿਣ ਲੱਗਾ ਵੀ ਮੈਂ ਜਾਨ ਤਾਂ ਦੇ ਸਕਦਾ, ਪਰ ਗਾਜਦੀਨ ਮੈਂ ਕਿਸੇ ਦੀ ਝੂਠੀ ਤਾਰੀਫ ਨਹੀਂ ਕਰ ਸਕਦਾ। ਮੈਂ ਆਖੋ ਸਾਜ ਪਛਾਣ। ਮੈਂ ਜੋ ਸੱਚ ਸੁਣਿਆ ਜਾਂ ਵੇਖਿਆ ਹੈ
ਉਹ ਮੈਂ ਕਹਿ ਦਿਆਂਗਾ ਪਛਾਣ ਕੇ। ਮੈਂ ਵੀ ਕਰੂੰ ਅਬ ਜਾਨ ਕੁਰਬਾਨ। ਮੈਂ ਵੀ ਆਪਣੀ ਜਾਨ ਕੁਰਬਾਨ ਕਰ ਦਿਆਂਗਾ, ਮੈਂ ਸੱਚ ਕਹਾਂਗਾ। ਸੋ ਗੰਗ ਭੱਟ ਨੇ ਉਹ ਗਾਜਦੀਨ ਵਜ਼ੀਰ ਦੀ ਜਿਹੜੀ ਲਾਲਚ ਵਾਲੀ ਪੇਸ਼ਕਸ਼ ਸੀ, ਉਹਨੇ ਪੈਸਾ ਸੁੱਟਿਆ ਵੀ ਜਿੰਨਾ ਮਰਜ਼ੀ ਲੈ ਲੈ ਜਾਂ ਤੂੰ ਮੇਰੇ ਤੋਂ ਹੋਰ ਅਹੁਦੇ ਲੈ ਲੈ। ਉਹਨੇ ਆਖਿਆ ਨਹੀਂ, ਮੈਨੂੰ ਰੱਬ ਨੇ ਕਵੀ ਬਣਾਇਆ ਤੇ ਮੈਂ ਕਵੀ ਬਣ ਕੇ ਸੱਚ ਲਿਖਾਂਗਾ। ਹਾਂਜੀ। ਦੋਹਰਾ ਬੰਦਰੇ ਤੇ ਬੰਦਰੀ ਪਈ, ਖਸਮ ਸੋ ਕੀਓ ਮਲਾਰ। ਉਹਨੇ ਫਿਰ ਇੱਕ ਗੰਗ ਭੱਟ ਨੇ ਦੋਹਰਾ ਲਿਖ ਦਿੱਤਾ। ਗਾਜਦੀਨ ਤਾਂ ਕਹਿੰਦਾ ਸੀ ਮੈਨੂੰ ਬੰਦਰਾ, ਬੰਦਰਾ ਮੈਨੇ ਲਾੜਾ, ਮੈਨੂੰ ਲਾੜਾ ਕਹੋ, ਹਿੰਦੁਸਤਾਨ ਦਾ ਮੈਂ ਲਾੜਾ ਹਾਂ, ਮੈਂ ਹਿੰਦੁਸਤਾਨ ਦਾ ਇੱਕ ਮੰਨ ਲਓ ਸ਼ਿੰਗਾਰ ਹਾਂ, ਮੈਂ ਇੱਕ ਸ਼ਾਨ ਆ, ਵਜ਼ੀਰ ਆਜ਼ਮ ਹਿੰਦੁਸਤਾਨ। ਪਰ ਗੰਗ ਭੱਟ ਕਹਿੰਦਾ ਬੰਦਰੇ ਤੇ ਬੰਦਰੀ ਪਈ, ਖਸਮ ਕੀ ਉਹ ਮਲਹਾਰ। ਕਹਿੰਦੇ ਬੰਦਰਾ ਨਹੀਂ, ਲਾੜਾ ਨਹੀਂ, ਲਾੜੀ ਬਣ ਗਿਆ ਗਾਜਦੀਨ। ਕਵੀਆਂ ਦੇ ਹੱਥ ਸਾਧ ਸੰਗਤ ਦੀ ਇਹੋ ਜਿਹੀ ਤਾਕਤ ਹੁੰਦੀ ਹੈ ਨਾ, ਕਿਸੇ ਨੂੰ ਚੁੱਕ ਕੇ ਭਾਵੇਂ ਅਸਮਾਨ ਤੇ ਚੜਾ ਦੇਣ ਤੇ ਕਵੀ ਜੇ ਬੁਰੇ ਪੁੱਠੇ ਪੈ ਜਾਣ ਤੇ ਚੁੱਕ ਕੇ ਬੰਦੇ ਨੂੰ ਪਤਾਲ 'ਚ ਸੁੱਟ ਦੇਣ। ਕਵੀਆਂ ਕੋਲੇ ਤਾਕਤ ਹੈ। ਇੱਕ ਕਵੀ ਫਿਰਦੋਸ਼ੀ ਹੋਏ ਹੈ ਈਰਾਨ ਦੇ ਵਿੱਚ, ਬਹੁਤ ਵੱਡੇ ਕਵੀ ਸਨ। ਉਹਨਾਂ ਨੇ ਦੁਨੀਆ ਦੇ ਵਿੱਚ ਜਿਹੜੇ ਖਾਸ ਮਹਾਕਾਵਿ ਨੇ, ਜਿਵੇਂ ਮਹਾਭਾਰਤ ਮਹਾਕਾਵਿ 1 ਲੱਖ ਸਲੋਕਾਂ ਦਾ ਗ੍ਰੰਥ ਹੈ, ਇੱਦਾਂ ਫਾਰਸੀ ਵਿੱਚ ਮਹਾਕਾਵਿ ਸ਼ਾਹਨਾਮਾ ਫਿਰਦੋਸ਼ੀ। ਸ਼ਾਹਨਾਮਾ ਉਹ ਜਿਹੜਾ ਈਰਾਨ ਦਾ ਬਾਦਸ਼ਾਹ ਸੀਗਾ, ਉਹਨੇ ਫਿਰਦੋਸ਼ੀ ਨੂੰ ਕਿਹਾ ਕਿ ਮੈਂ ਤੈਨੂੰ 60 ਲੱਖ ਰੁਪਈਆ ਦਿਆਂਗਾ ਤੇ ਤੂੰ ਮੇਰਾ ਇਤਿਹਾਸ ਲਿਖ। ਫਿਰਦੋਸ਼ੀ ਬੜਾ ਚੰਗਾ ਸ਼ਾਹੀ ਕਵੀ ਸੀ, ਦਰਬਾਰੀ ਕਵੀ ਸੀ। ਉਹਨੇ ਪਰਸ਼ੀਅਨ ਭਾਸ਼ਾ 'ਚ ਸ਼ਾਹਨਾਮਾ ਲਿਖਿਆ। ਸਾਧ ਸੰਗਤ ਜੀ, ਬਈ ਜਿੰਦੇ ਹੁਣ ਕੀ ਕਹੀਏ, ਬਈ ਐਡੇ ਐਡੇ ਮੋਟੇ ਮੋਟੇ ਉਹਦੇ 6-7 ਵੋਲੀਅਮ ਨੇ, 6-7 ਜਿਲਦਾਂ ਨੇ ਉਸ ਗ੍ਰੰਥ ਦੀਆਂ, ਵੱਡੀਆਂ ਵੱਡੀਆਂ ਬਰੀਕ ਅੱਖਰ ਲਿਖੇ। ਤੇ ਜੇ ਮੰਨ ਲਓ ਉਹ ਗ੍ਰੰਥ ਪੜ੍ਹਨਾ ਹੋਵੇ ਨਾ, ਚੰਗਾ ਵਧੀਆ ਪੜ੍ਹਾਕੂ ਵੀ 1-2 ਸਾਲ ਲਗਾਤਾਰ ਪੜ੍ਹੀ ਜਾਏਗਾ ਤਾਂ ਜਾ ਕੇ ਉਹ ਗ੍ਰੰਥ ਦੀ ਸਮਝ ਆਉਂਦੀ, ਪੜ੍ਹਾਈ ਪੜ੍ਹਿਆ ਜਾਂਦਾ ਫਾਰਸੀ ਭਾਸ਼ਾ 'ਚ। ਉਸ ਗ੍ਰੰਥ ਦਾ ਹੁਣ ਉਹਨੇ ਲਿਖਣਾ ਸ਼ੁਰੂ ਕਰਤਾ ਤੇ ਬਾਦਸ਼ਾਹ ਨੇ ਉਹਨੂੰ ਕਹਿ ਤਾ ਵੀ ਮੈਂ ਤੈਨੂੰ 60,000 ਰੁਪਈਆ ਤੈਨੂੰ ਦਿਆਂਗਾ। ਉਹ ਲਿਖੀ ਗਿਆ, ਉਹਨੇ ਸਾਰੀ ਹਿਸਟਰੀ ਲਿਖਤੀ। ਜਦੋਂ ਪੂਰਾ ਹੋ ਗਿਆ ਨਾ ਗ੍ਰੰਥ, ਤੇ ਉਹਨੇ ਆਖਿਆ ਜੀ ਇੱਕ ਦੋਹਰਾ ਲਿਖਣਾ ਰਹਿੰਦਾ, ਤੁਸੀਂ ਦੇਖ ਲਓ, ਗ੍ਰੰਥ ਤਿਆਰ ਹੈ। ਗ੍ਰੰਥ ਦੇਖ ਕੇ ਬਾਦਸ਼ਾਹ ਬੜਾ ਖੁਸ਼ ਹੋਇਆ, ਪਰ ਬਾਦਸ਼ਾਹ ਨਾ ਉੱਥੇ ਥੋੜਾ ਜਿਹਾ ਕੰਜੂਸੀ ਕਰ ਗਿਆ। 60,000 ਰੁਪਈਏ ਦੀ ਥਾਂ ਤੇ 60,000 ਟਕਾ ਦੇਤਾ। ਕਿਹਾ ਤਾਂ ਸੀਗਾ 60,000 ਰੁਪਈਆ ਦਿਆਂਗਾ, ਦੇ ਦਿੱਤਾ 60,000 ਟਕਾ। ਉਹਨੇ ਅਖੀਰਲਾ ਦੋਹਰਾ ਲਿਖਿਆ। ਉਹ ਕਹਿੰਦਾ ਕੌਲ ਕਰਦ ਬਕੌਲ ਕਰਦ। ਇਹ ਇੱਕੋ ਮੈਨੂੰ ਯਾਦ ਹੈ ਪੰਕਤੀ, ਪੂਰਾ ਤਾਂ ਨਹੀਂ ਯਾਦ। ਕੌਲ ਕਰਦ ਬਕੌਲ, ਕੌਲ ਮੈਨੇ ਜਿਵੇਂ ਆਪਾਂ ਕਹਿੰਦਾ ਕੌਲ ਇਕਰਾਰ, ਕੌਲ ਕਰਦ, ਕੌਲ ਮੈਨੇ ਇਕਰਾਰ ਕੀਤਾ। ਕਹਿੰਦੇ ਬਕੌਲ ਕਰਦ, ਬਕੌਲ ਦਾ ਮਤਲਬ ਤਾਂ ਪਿਸ਼ਾਬ ਕੀਤਾ। ਕਹਿੰਦਾ ਜਿਹੜੇ ਬਾਦਸ਼ਾਹ ਲੋਕ ਇਕਰਾਰ ਕਰਦੇ ਨੇ ਮੁੜ ਕੇ ਉਹਦੇ ਉੱਤੇ ਹੀ ਪਿਸ਼ਾਬ ਕਰ ਦਿੰਦੇ ਨੇ। ਕਹਿੰਦਾ ਕੌਲ ਕਰਦ ਬਕੌਲ ਕਰਦ, ਯਾਨੀ ਆਪਣੇ ਕੀਤੇ ਵਾਅਦੇ ਦੇ ਉੱਤੇ ਬਾਦਸ਼ਾਹ ਨੇ, ਸ਼ਾਹ ਨੇ ਆਪ ਹੀ ਉਹਦੇ ਉੱਤੇ ਪਿਸ਼ਾਬ ਕਰ ਦਿੱਤਾ। ਯਾਨੀ ਆਪਣੀ ਕੀਤੀ ਜ਼ੁਬਾਨ ਤੋਂ ਬਾਦਸ਼ਾਹ ਮੁੱਕਰ ਗਿਆ। ਉਹ ਹੁਣ ਤੱਕ ਉਹ ਕਿਤਾਬ ਪਈ ਹੈ, ਲਗਭਗ ਮੇਰਾ ਖਿਆਲ ਹੈ ਵੀ ਉਸ ਕਿਤਾਬ ਨੂੰ 800-900 ਸਾਲ ਤੋਂ ਉੱਤੇ ਹੋ ਗਿਆ ਲਿਖੀ ਨੂੰ। 10ਵੀਂ ਸਦੀ 'ਚ ਕਿਤੇ 11ਵੀਂ 'ਚੋਂ ਲਿਖੀ ਗਈ ਹੈ। ਤੇ ਦੁਨੀਆ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ, ਅੰਗਰੇਜ਼ੀ ਵਿੱਚ, ਹੋਰ ਕਈ ਭਾਸ਼ਾ 'ਚ ਉਹਦਾ ਉਲੱਥਾ ਵੀ ਹੋ ਚੁੱਕਾ ਹੈ। ਬਹੁਤ ਸਾਰੀਆਂ ਭਾਸ਼ਾ 'ਚ ਉਹਦਾ ਅਨੁਵਾਦ ਹੋ ਚੁੱਕਾ ਹੈ ਸ਼ਾਹਨਾਮੇ ਦਾ। ਪੰਜਾਬੀ ਵਿੱਚ ਵੀ ਭਾਸ਼ਾ ਵਿਭਾਗ ਪਟਿਆਲੇ ਨੇ ਅੱਜ ਤੋਂ ਕੋਈ 40-50 ਸਾਲ ਪਹਿਲਾਂ ਉਹਦਾ ਅਨੁਵਾਦ ਕਰਾ ਦਿੱਤਾ ਸੀ। ਉਹਦੇ ਲਾਸਟ ਵਿੱਚ ਆ ਜਾਂਦਾ ਕਿ ਕੌਲ ਕਰਦ ਬਕੌਲ ਕਰਦ। ਜਿਹੜਾ ਬਾਦਸ਼ਾਹ ਲੋਕ ਨੇ, ਰਾਜੇ ਨੇ, ਪਹਿਲਾਂ ਤਾਂ ਉਹਦੀ ਸਾਰੀ ਤਾਰੀਫ ਲਿਖੀ ਹੈ, ਬਾਦਸ਼ਾਹ ਦੀ ਸਾਰੀ ਵਡਿਆਈ, ਉਹਦਾ ਇਤਿਹਾਸ ਜੋ ਲਿਖਿਆ, ਉਹਦੀਆਂ ਖੂਬੀਆਂ ਲਿਖੀਆਂ ਨੇ। ਅਖੀਰਲੇ ਦੋਹਰੇ 'ਚ ਪੱਟੀ ਮੇਸ ਕਰਕੇ ਰੱਖਤੀ ਕਵੀ ਨੇ। ਉਹ ਕਹਿੰਦਾ ਇੰਨਾ ਕੁਝ ਕਰਕੇ ਵੀ ਇਕਰਾਰ ਤੋਂ ਫਿਰਨ ਵਾਲਾ ਜ਼ੁਬਾਨ ਦਾ ਕੱਚਾ ਹੈ ਵੇ ਬਾਦਸ਼ਾਹ।
ਸੋ ਸਾਧ ਸੰਗਤ ਜੀ, ਕਵੀ ਚਾਹਣ ਨਾ ਬੰਦੇ ਨੂੰ ਸੂਰਜ ਤੇ ਪਹੁੰਚਾ ਦੇਣ। ਕਹਿੰਦੇ ਜਹਾਂ ਨਾ ਪਹੁੰਚੇ ਰਵੀ ਵਾਹਾਂ ਪਹੁੰਚੇ ਕਵੀ। ਤੇ ਜੇ ਕੋਈ ਬੰਦਾ ਨਾ ਸੂਤ ਆਉਂਦਾ ਹੋਵੇ ਤੇ ਉਹਨੂੰ ਇਹੋ ਜਿਹਾ ਸੁੱਟ ਦੇ ਪਤਾਲ 'ਚ ਵੀ ਨਹੀਂ ਲੱਭਦਾ ਉਹ। ਤੇ ਗੰਗ ਭਾਟ ਨੇ ਨਾ ਫਿਰ ਲਿਖ ਦਿੱਤਾ, ਉਹ ਕਹਿੰਦਾ ਬਨਰੇ ਤੇ ਬਨਰੀ ਭਈ ਖਸਮ ਕੀਓ ਮਲਹਾਰ। ਕਹਿੰਦੇ ਬਨਰੇ ਤੋਂ ਬਨਰੀ ਬਣ ਗਈ, ਖਸਮ ਬਣਾ ਲਿਆ ਮਲਹਾਰ ਰਾਓ ਨੂੰ। ਯਾਨੀ ਕਰਨਾ ਤਾਂ ਸੀਗਾ ਵੀ ਕੋਈ ਵਧੀਆ ਕੰਮ, ਆਪ ਜਾ ਕੇ ਮਰਹੱਟਿਆਂ ਦੇ ਪੈਰੀ ਪੈ ਕੇ ਮਰਹੱਟਿਆਂ ਨੂੰ ਲਿਆ ਕੇ ਪੰਜਾਬ 'ਚ ਬਿਠਾ ਦਿੱਤਾ। ਇਹ ਕਾਹਦੀ ਬਹਾਦਰੀ ਤੇਰੀ? ਤੂੰ ਕੀ ਕੀਤਾ ਕੰਮ? ਤਾਂ ਸਾਰੇ ਮਰਹੱਟਿਆਂ ਤੇ ਸਿੱਖਾਂ ਨੇ ਕੀਤਾ, ਤੇ ਤੂੰ ਐਵੇਂ ਹੀ ਕਹੀ ਜਾਂਦਾ ਮੈਨੂੰ ਲਾੜਾ ਬਣਾਓ। ਲਾੜਾ ਕਾਹਦਾ? ਤੂੰ ਆਪਣੇ ਬਾਦਸ਼ਾਹ ਨੂੰ ਛੱਡ ਕੇ ਖਸਮ ਮਲਹਾਰ ਰਾਓ ਨੂੰ ਬਣਾਈ ਬੈਠਾ। ਤੈਨੂੰ ਕਿਹੜੇ ਪਾਸਿਓਂ ਅਸੀਂ ਹਿੰਦੁਸਤਾਨ ਦਾ ਵਜ਼ੀਰੇ ਆਜ਼ਮ ਮੰਨੀਏ? ਚਾਟ ਨਾ ਖੁਸ਼ੀ ਜਾਟ ਕੀ ਇਮ ਲੂਟ ਖਾਇਓ ਸੰਸਾਰ। ਔਰ ਜਵਾਹਰ ਮੱਲ ਜਾਟ, ਉਹ ਮਥੁਰਾ ਦੇ ਇਲਾਕੇ ਭਰਤਪੁਰ ਹੈ ਇੱਕ, ਉਹ ਬੜਾ ਤਗੜਾ ਜਾਟ ਬਾਦ ਰਾਜਾ ਹੋਇਆ ਹੈ। ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬੜਾ ਵੱਡਾ ਹੋਇਆ ਨਾ, ਉੱਦਾਂ ਉਸ ਜ਼ਮਾਨੇ ਜਵਾਹਰ ਮੱਲ ਦਾ ਹੋਇਆ। ਤੇ ਇੱਕ ਵਾਰੀ ਜਵਾਹਰ ਮੱਲ ਨੇ ਸਾਧ ਸੰਗਤ ਜੀ ਖਾਲਸੇ ਤੋਂ ਮਦਦ ਮੰਗੀ ਸੀ। ਸਿੰਘ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਤੇ ਸ਼ਾਮ ਸਿੰਘ ਨਾਰਲੀ ਵਾਲੇ 40-50 ਹਜ਼ਾਰ ਫੌਜ ਲੈ ਕੇ ਉਹਦੀ ਮਦਦ ਕਰਨ ਮਥੁਰਾ ਗਏ ਸਨ। ਜਦੋਂ ਅਬਦਾਲੀ ਨੇ ਮਥੁਰਾ ਦੇ ਵਿੱਚ ਬਹੁਤ ਸਾਰੇ ਮੰਦਿਰ ਢਾਹ ਦਿੱਤੇ ਤੇ ਮੰਦਿਰਾਂ ਦੇ ਵਿੱਚ ਗਊਆਂ ਮਾਰੀਆਂ, ਬਰਬਾਦ ਕਰਤਾ ਇਲਾਕਾ। ਅਬਦਾਲੀ ਤੋਂ ਇਲਾਕਾ ਛਡਾਉਣ ਲਈ ਸਿੰਘ ਗਏ ਸਨ ਬਾਬਾ ਜੱਸਾ ਸਿੰਘ ਜੀ। ਤੇ ਜਵਾਹਰ ਮੱਲ ਜਿਹੜਾ ਸੀ ਉਹ ਭਰਤਪੁਰ ਦਾ ਰਾਜਾ ਖਾਲਸੇ ਦੀ ਸ਼ਰਨ ਆਇਆ ਸੀਗਾ। ਬਾਬਾ ਜੱਸਾ ਸਿੰਘ ਵਿਨੋਦ ਨਾਮ ਦਾ ਇੱਕ ਗ੍ਰੰਥ ਉਰਦੂ 'ਚ ਲਿਖਿਆ ਹੋਇਆ, ਉਹਦੇ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਬਾਬਾ ਜੱਸਾ ਸਿੰਘ ਜੀ ਦੇ ਦਲ ਵਿੱਚ ਜਵਾਹਰ ਮੱਲ ਆਇਆ ਨਾ, ਉੱਥੋਂ ਦਾ ਰਾਜਾ ਬੜਾ ਤਗੜਾ ਸੀ ਤੇ ਉਹ ਰਾਜਿਆਂ ਕੋਲ ਹੁੰਦਾ ਹੁੱਕਾ, ਉਹ ਹੁੱਕਾ ਨਾਲ ਰੱਖਦੇ, ਉਹਦੇ ਨਾਲ ਨਾਲ ਨੌਕਰ ਹੁੱਕਾ ਚੁੱਕੀ ਜਾਣ ਤੇ ਅੱਗੋਂ ਫੌਜਾਂ ਪੈ ਗਈਆਂ ਸਿੰਘਾਂ ਦੀਆਂ, ਕਹਿੰਦਾ ਓਏ ਕੱਚਾ ਪਿਲਿਆ ਬਾਹਰ ਸੁੱਟ ਇਹਨੂੰ। ਉਹਨੇ ਬੜੀ ਬੇਇੱਜ਼ਤੀ ਜੀ ਮਹਿਸੂਸ ਕੀਤੀ ਜਵਾਹਰ ਮੱਲ ਨੇ, ਬਈ ਹੁੱਕਾ ਅੰਦਰ ਨਹੀਂ ਜਾਣ ਦਿੱਤਾ, ਇਹ ਕਿੱਦਾਂ ਦੇ ਬੰਦੇ ਨੇ। ਫਿਰ ਉਹਨੂੰ ਅੰਦਰ ਜਾ ਕੇ ਸਮਝਾਇਆ ਵੀ ਸਾਡੇ ਧਰਮ 'ਚ ਹੁੱਕਾ ਬੜਾ ਹੀ ਮਾੜਾ ਸਮਝਿਆ ਜਾਂਦਾ, ਅਸੀਂ ਇਹਨੂੰ ਨੇੜੇ ਨਹੀਂ ਲਾਉਂਦੇ। ਫਿਰ ਉਹ ਸਿੰਘਾਂ ਦੇ ਕੋਲ ਆ ਕੇ ਬੈਠਿਆ ਤੇ ਬਾਬਾ, ਉਹਦਾ ਮਤਲਬ ਸੀ ਜੱਸਾ ਸਿੰਘ ਮੈਨੂੰ ਜੱਫੀ ਪਾ ਕੇ ਮਿਲੇਗਾ, ਪਰ ਬਾਬਾ ਜੱਸਾ ਸਿੰਘ ਜੀ ਕਹਿੰਦੇ ਵੀ ਖਾਲਸੇ ਦੀ ਮਰਿਆਦਾ, ਫਤਿਹ ਬੁਲਾ ਕੇ ਬਹਿ ਜਾ ਚੁੱਪ ਕਰਕੇ। ਫਿਰ ਉਹ ਬਹਿ ਗਿਆ ਤੇ ਫਿਰ ਉਹਨੇ ਸਿੰਘਾਂ ਨੂੰ ਬੇਨਤੀ ਕੀਤੀ ਵੀ ਮੇਰੀ ਮਦਦ ਕਰੋ। ਸੋ ਉਹ ਜਵਾਹਰ ਮੱਲ ਦੇ ਨਾਲ ਵੀ ਇਸ ਗਾਜਦੀਨ ਦੀ ਟੱਕਰ ਸੀ। ਕਹਿੰਦੇ ਉਹਦਾ ਵੀ ਕੁਛ ਨਹੀਂ ਵਿਗਾੜ ਸਕਿਆ ਤੇ ਤੂੰ ਹੋਰ ਕੀ ਕਰੇਗਾ? ਇਮ ਲੂਟ ਖਾਇਓ ਸੰਸਾਰ, ਸੰਸਾਰ ਲੁੱਟ ਖਾਦਾ ਹੈ, ਕੁਛ ਨਹੀਂ ਤੂੰ ਕੀ ਸਵਾਰ ਸਕਿਆ ਲੋਕਾਂ ਦਾ। ਯੋ ਸੁਨ ਤਿਸ ਕੋ ਅੱਗ ਲਗੀ ਅੱਗੇ ਗੈਂਦ ਦਇਓ ਡਾਰ। ਸਾਧ ਸੰਗਤ ਗਾਜਦੀਨ ਨੂੰ ਇਹ ਸੁਣ ਕੇ ਗੁੱਸਾ ਚੜਿਆ। ਉਹਦਾ ਚਾਹੁੰਦਾ ਸੀ ਮੇਰੀ ਤਾਰੀਫ ਹੋਵੇ, ਪਰ ਗੰਗ ਭੱਟ ਨੇ ਉਹਦੀ ਚੰਗੀ ਤਰ੍ਹਾਂ ਪੱਟੀ ਮੇਸ ਕਰ ਦਿੱਤੀ। ਤੇ ਉਹਨੇ ਕੀ ਕੀਤਾ, ਗੰਗ ਭੱਟ ਨੂੰ ਗੁੱਸੇ 'ਚ ਆ ਕੇ ਵੀ ਮੇਰੀ ਇਹਨੇ ਤਾਰੀਫ ਨਹੀਂ ਕੀਤੀ ਬਲਕਿ ਨਿੰਦਾ ਕਰ ਦਿੱਤੀ ਹੈ, ਗੰਗ ਭੱਟ ਨੂੰ ਹਾਥੀ ਦੇ ਪੈਰਾਂ ਥੱਲੇ ਦੇ ਕੇ ਸ਼ਹੀਦ ਕਰਵਾ ਦਿੱਤਾ। ਮਰਤਾ ਹੁਆ ਕਹਿ ਮੁਵੋ ਸੋ ਫੈਲ ਗਇਓ ਸੰਸਾਰ। ਸੋ ਸਾਧ ਸੰਗਤ ਜੀ, ਜੋ ਮਰਦਾ ਮਰਦਾ ਉਹ ਕਹਿ ਗਿਆ, ਉਹ ਸਾਰੇ ਸੰਸਾਰ ਵਿੱਚ ਫੈਲ ਗਿਆ, ਗਾਜਦੀਨ ਦੇ ਵਿਰੋਧ ਵਿੱਚ ਉਹ ਲਿਖ ਗਿਆ। ਕਦ ਨ ਗਾਡੂ ਰੰਡ ਚੜੈ ਕਦ ਨ ਬਾਜੈ ਬੰਬ। ਸੋ ਕਹਿੰਦੇ ਇਹੋ ਜਿਹੇ ਕੱਚਿਆਂ ਦੀਆਂ ਗਾਜਦੀਨ ਵਰਗਿਆਂ ਦੀਆਂ ਕਦੀ ਨੋਬਤਾਂ ਨਹੀਂ ਵੱਜਦੀਆਂ। ਸਗਲ ਸਭਾ ਕੋ ਰਾਮ ਰਾਮ ਵਿਦਾ ਹੋਤ ਹੈ ਗੰਗ। ਮਰਦੇ ਮਰਦੇ ਕਹਿ ਗਿਆ, ਕਹਿੰਦਾ ਸਗਲ ਸਭਾ ਕੋ ਰਾਮ ਰਾਮ, ਮੇਰੀ ਰਾਮ ਰਾਮ ਹੈ ਭਾਈ, ਵਿਦਾ ਹੋ ਰਿਹਾ ਗੰਗ ਕਵੀ, ਪਰ ਇਹ ਗਾਜਦੀਨ ਕਦੀ ਹਿੰਦੁਸਤਾਨ ਦਾ ਵਜ਼ੀਰ ਆਜ਼ਮ ਨਹੀਂ ਕਵਾ ਸਕਦਾ। ਦੇਖੋ ਸਾਧ ਸੰਗਤ ਜੀ, ਸਮੇਂ ਲੰਘ ਗਏ ਨੇ, 250-300 ਸਾਲ ਹੋ ਗਏ ਨੇ, ਗਾਜਦੀਨ ਵੀ ਮਰ ਗਿਆ ਤੇ ਗੰਗ ਉਸ ਤੋਂ ਪਹਿਲਾਂ ਸ਼ਹੀਦ ਹੋ ਗਿਆ, ਪਰ ਗੰਗ ਦੇ ਬੋਲ ਸਦਾ ਸਦਾ ਲਈ ਪੰਥ ਪ੍ਰਕਾਸ਼ ਵਿੱਚ ਲਿਖੇ ਰਹਿਣੇ ਨੇ ਤੇ ਕੱਚਿਆਂ ਦਾ ਮੂੰਹ ਕਾਲਾ ਰਹਿਣਾ ਹੈ, ਧਰਮੀਆਂ ਦੀ ਜੈ ਜੈਕਾਰ ਹੋਣੀ ਹੈ। ਚੌਪਈ ਯਹੀ ਗਜਬ ਗਾਜਦੀ ਪੈ ਪੜਾ। ਗਾਜਦੀਨ ਦੇ ਉੱਤੇ ਇਹ ਗਜਬ ਪਿਆ, ਭਾਵ ਨੇ ਇੱਕ ਸਾਧੂ, ਇੱਕ ਸੱਚੇ ਬੰਦੇ, ਇੱਕ ਵਿਦਵਾਨ ਕਵੀ ਗੰਗ ਭੱਟ ਨੂੰ ਸ਼ਹੀਦ ਕਰਵਾ ਦਿੱਤਾ। ਗਾਜਦੀ ਮਰਹਟਣ ਕੋ ਲਹਿੜਾ। ਤੋ ਜਿਹੜਾ ਬੰਦਾ ਮਾੜਾ ਕੰਮ ਕਰੇ ਨਾ, ਉਹ ਆਪ ਤਾਂ ਰੁੜਦਾ ਹੀ ਹੈ, ਉਹਦੇ ਨਾਲ ਉਹਦੇ ਜਿਹੜੇ ਸਾਥੀ ਹੁੰਦੇ ਉਹ ਵੀ ਰੁੜ ਜਾਂਦੇ ਆ। ਗਾਜਦੀਨ ਨੂੰ ਸਰਾਪ ਲੱਗਾ ਗੰਗ ਭੱਟ ਦੀ ਮੌਤ ਦਾ
ਤੇ ਉਹਦਾ ਅਸਰ ਮਰਾਠਿਆਂ ਦੇ ਵੀ ਪਿਆ। ਨਹੀਂ ਤਾਂ ਮਰਾਠੇ ਪੰਜਾਬ 'ਚ ਰਾਜੇ ਬਣ ਕੇ ਬਹਿ ਜਾਂਦੇ, ਪੰਜਾਬ 'ਚੋਂ ਜਾਂਦੇ ਹੀ ਨਾ ਕਦੀ। ਦਿੱਲੀ ਤੇ ਕਬਜ਼ਾ ਮਰਾਠਿਆਂ ਦਾ ਰਹਿੰਦਾ। ਪਰ ਐਸਾ ਉਸ ਫਕੀਰ ਦੀ ਮੌਤ ਦਾ ਸਰਾਪ ਗਾਜਦੀਨ ਨੂੰ ਵੀ ਵੱਜਾ, ਤੇ ਗਾਜਦੀਨ ਵੀ ਗਿਆ ਤੇ ਨਾਲ ਮਰਾਠੇ ਵੀ ਗਏ। ਸੋ ਸੁਣਿਓ ਅੱਗੇ ਕਹਾਣੀ, ਸੋ ਕਵੀ ਜੀ ਕਹਿੰਦੇ ਹੁਣ ਉਹ ਕਹਾਣੀ ਅੱਗੇ ਸੁਣਿਓ ਭਾਈ। ਵਿਸ਼ਵਾਸ ਰਾਏ ਸਿਰ ਪਾਉ ਬਿਹਾਨੀ। ਜੋ ਉਸ ਵੇਲੇ ਵਿਸ਼ਵਾਸ ਰਾਓ ਮਰਾਠੇ ਦੇ ਉੱਤੇ ਬੀਤੀ, ਹੁਲਕਰ ਰਾਓ ਤੇ ਮਲਹਾਰ ਰਾਓ ਤੇ ਮਰਾਠੇ ਕਿਵੇਂ ਪੰਜਾਬ ਚੋਂ ਗਏ। ਸਿੰਘਾਂ ਨੇ ਫੇਰ ਮਰਾਠਿਆਂ ਤੋਂ ਵੀ ਬਚਾਇਆ ਪੰਜਾਬ ਨੂੰ, ਮੁਗਲਾਂ ਕੋਲੋਂ ਖੋਇਆ, ਪਠਾਣਾਂ ਦੇ ਵੀ ਪੈਰ ਨਹੀਂ ਲੱਗਣ ਦਿੱਤੇ। ਸਿੱਖਾਂ ਦਾ ਰਾਜ ਬਣਿਆ ਨਾ ਜਿਹੜਾ, ਸਾਧ ਸੰਗਤ ਜੀ, ਸੌਖਾ ਜਿਹਾ ਨਹੀਂ ਬਣਿਆ। ਸਿੱਖਾਂ ਦਾ ਰਾਜ ਬਹੁਤ ਔਖਾ ਬਣਿਆ। ਇੱਕ ਪਾਸੇ ਪਠਾਨ, ਇੱਕ ਪਾਸੇ ਮੁਗਲ, ਇੱਕ ਪਾਸੇ ਮਰਾਠੇ। ਕਿੰਨੀਆਂ ਤਾਕਤਾਂ ਸਨ ਜਿਹੜੇ ਪੰਜਾਬ ਤੇ ਕਬਜ਼ਾ ਰੱਖਣਾ ਚਾਹੁੰਦੇ ਸੀ। ਸਾਰਿਆਂ ਨੂੰ ਬੜੇ ਤਰੀਕੇ ਨਾਲ ਇਉਂ ਕੱਢ ਦਿੱਤਾ ਜਿਵੇਂ ਮੱਖਣ ਚੋਂ ਵਾਲ ਕੱਢੀਦਾ, ਤੇ ਖਾਲਸੇ ਨੇ ਪੰਜਾਬ ਦੇ ਵਿੱਚ ਝੰਡੇ ਗੱਡ ਦਿੱਤੇ। ਉਹ ਕਥਾ ਆਪਾਂ ਅਗਲੇ ਪ੍ਰਕਰਣਾਂ ਵਿੱਚ ਸਰਵਣ ਕਰਾਂਗੇ। ਸਮੇਂ ਦੇ